नाम सुनिए नाम मनिए नामे वड्याई। नाम सलाहे सदा सदा नामे महल पाई। डिठा सब संसार सुख नाम बिन। तन तान होसी छार जाने कोय जन। डिठा सब संसार सुख नाम बिन। तिलकहीन जथा विप्रा अमरहीन जथा राजनै। आबदहीन जथा सूरा नानक धर्महीन तथा वैष्णवै। न शंखं न चक्रं न गदा न श्यामं आश्चर्य रूपं रहंत जन्मं। नेत नेत कथंत वेदा ऊच मूच अपार गोविंद है। बसंत साध हृदय अच्युत बुझंत नानक बड़ भाग्यण। उद्यान बसनं संसारं संबंधी स्वान स्याल खरै। बिखम स्थान मन मोह मदरं महा असाध पंच तस्करै। हीत मोह पै परम भ्रमणं अहं फांस तीखण कठनै। पावक तो असाध घोरं अगम तीर न लंघणे। हीत मोह पै परम भ्रमणं अहं फांस तीखण कठनै। तीखण कठनै पावक तो असाध घोरं अगम तीर न लंघणे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਾਂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ, ਗੁਰਮੁਖ ਜਨੋ, ਗੁਰਬਾਣੀ ਵਿਚਾਰ ਦੇ ਸਾਰੇ ਮੈਂਬਰ ਸਾਹਿਬਾਨ, ਵਕਤੇ ਪਲਸ ਸਰੋਤੇ ਸਾਰੇ, ਆਪ ਜੀ ਦੇ ਚਰਨਾਂ 'ਚ ਅੱਜ ਦੀ ਵਿਚਾਰ ਤੁੱਛ ਬੁੱਧੀ ਅਨੁਸਾਰ ਹਾਜ਼ਰ ਹੈ। ਪੰਜਵੇਂ ਨਾਨਕ ਧੰਨ ਧੰਨ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਬਾਣੀ ਚੱਲ ਰਹੀ ਹੈ। ਸਹਸਕ੍ਰਿਤੀ ਸ਼ਲੋਕ। ਅੱਜ ਦੇ ਜਿਹੜੀ ਬਾਣੀ ਆਪਾਂ ਨੇ ਹੁਣੇ ਸੁਣੀ ਹੈ, ਸਰਵਣ ਕਰੀ ਹੈ। ਤਿਲਕਹੀਣ ਜਥਾ ਵਿਪਰਾ। ਵਿਪਰ ਪੰਡਤ। ਪੰਡਤ ਦੇ ਜੇ ਤਿਲਕ ਨਾ ਲੱਗਾ ਹੋਵੇ ਤਾਂ ਉਹਨੂੰ ਕੋਈ ਪੰਡਤ ਨਹੀਂ ਕਹਿੰਦਾ। ਅਮਰਹੀਣ ਜਥਾ ਰਾਜਨ। ਜੇ ਤਹਿਤ ਨਾ ਚੱਲਦਾ ਹੋਵੇ ਲੋਕਾਂ ਪਰ, ਫਿਰ ਉਹਨੂੰ ਰਾਜਾ ਵੀ ਨਹੀਂ ਕਿਹਾ ਜਾਂਦਾ। ਰਾਜਾ ਕਾਹਦਾ? ਜਿਹਦੇ ਲੋਕ ਅੰਡਰੇ ਨਾ ਹੋਣ, ਜਿਹੜਾ ਲੋਕਾਂ ਦੀ ਰਾਖੀ ਨਾ ਕਰ ਸਕੇ ਕਿਸੇ ਦੀ। ਆਬਦਹੀਣ ਜਥਾ ਸੂਰਾ। ਜਿਵੇਂ ਉਹ ਸੂਰਮਾ ਕਾਹਦਾ? ਜਿਹਦੇ ਕੋਲ ਹਥਿਆਰ ਨਾ ਹੋਣ। ਨਾਨਕ ਧਰਮਹੀਣ ਤਥਾ ਵੈਸ਼ਨਵ। ਪਾਤਸ਼ਾਹ ਫਰਮਾਉਂਦੇ ਆ ਵੀ ਇਸ ਤਰ੍ਹਾਂ ਦਾ ਹੀ ਜੇ ਕੋਈ ਸਾਧੂ ਹੋਵੇ, ਵੈਸ਼ਨਵ ਹੋਵੇ, ਉਹਦੇ ਕੋਲ ਧਰਮ ਨਾ ਪੱਲੇ ਹੋਵੇ, ਫਿਰ ਉਹ ਸਾਧੂ ਵੀ ਕਾਹਦਾ? ਉਹ ਧਰਮ ਤੋਂ ਮਤਲਬ ਹੈ ਨਾਮ ਦਾ। ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ। ਇਹੀ ਧਰਮ ਹੁੰਦਾ ਸਭ ਤੋਂ ਵੱਡਾ, ਵੀ ਉਹ ਨਾਮ ਜਪਦਾ ਹੋਵੇ। ਤੋ ਸਾਧ ਸੰਗਤ ਜੀ, ਇੱਥੇ ਦੁਨਿਆਵੀ ਤਸਵੀਰ ਦਿੱਤੀ ਹੈ ਗੁਰੂ ਮਹਾਰਾਜ ਨੇ। ਇਹ ਤੋਂ ਇਹ ਭਾਵ ਨਹੀਂ ਲੈ ਲੈਣਾ ਵੀ ਸੂਰਮਾ ਹਥਿਆਰਾਂ ਦੇ ਨਾਲ ਹੀ ਬਣਦਾ ਹੈ। ਠੀਕ ਹੈ, ਸੰਸਾਰੀ ਤੌਰ ਪਰ ਇਹ ਸੋਚ ਠੀਕ ਹੈ। ਉਸੇ ਗੱਲ ਨੂੰ ਗੁਰੂ ਸਾਹਿਬ ਫਰਮਾਉਂਦੇ, ਤਸ਼ਬੀਹ ਹੈ ਉਹਦੇ ਨਾਲ। ਵੈਸੇ ਸੂਰਾ ਗੁਰਬਾਣੀ ਉਸ ਨੂੰ ਮੰਨਦੀ ਹੈ ਜਿਨ ਮਿਲ ਮਾਰੇ ਪੰਜ ਸੂਰਵੀਰ ਐਸੋ ਕੌਣ ਬਲੀ ਰੇ। ਜਿਹੜਾ ਪੰਜਾਂ ਨੂੰ ਮਾਰ ਲੈਂਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ, ਉਹ ਸੂਰਮਾ ਗਿਣਿਆ ਜਾਂਦਾ ਧਾਰਮਿਕ ਜਗਤ ਵਿੱਚ। ਹਥਿਆਰ ਰੱਖਣ ਵਾਲੇ ਤਾਂ ਸੂਰਮੇ ਬਹੁਤ ਹੋ ਸਕਦੇ, ਲੱਖਾਂ ਦੀ ਗਿਣਤੀ 'ਚ ਹੁੰਦੇ।
ਨਾ ਸ਼ੰਖੰ ਨਾ ਚੱਕਰੰ ਨਾ ਗਦਾ ਨਾ ਸਿਆਮੰ। ਇੱਥੇ ਅਵਤਾਰਵਾਦ ਦਾ ਖੰਡਨ ਕਰਿਆ ਪਾਤਸ਼ਾਹ ਨੇ। ਸਿਆਮੰ ਕਾਲੇ ਰੰਗ ਨੂੰ ਕਹਿੰਦੇ। ਗੁਰੂ ਪਾਤਸ਼ਾਹ ਫਰਮਾਉਂਦੇ ਵੀ ਪਰਮਾਤਮਾ ਕੋਲ ਨਾ ਸ਼ੰਖ ਹੈ, ਨਾ ਚੱਕਰ ਹੈ, ਨਾ ਗਦਾ ਹੈ, ਨਾ ਉਹਦਾ ਰੰਗ ਕਾਲਾ ਹੈ। ਕ੍ਰਿਸ਼ਨ ਜੀ ਤੋਂ ਮੁਰਾਦ ਹੈ ਅਚਰਜ ਰੂਪੰ ਰਹੰਤ ਜਨਮ। ਉਹ ਜਨਮ ਤੋਂ ਵੀ ਰਹਿਤ ਹੈ, ਅਜੂਨੀ ਹੈ। ਅਚਰਜ ਉਹਦਾ ਰੂਪ ਹੈ। ਉਹ ਕਿਸੇ ਮਨੁੱਖੀ ਸਰੀਰ 'ਚ ਨਹੀਂ ਆਉਂਦਾ। ਕਲਾ ਵਰਤਾ ਸਕਦਾ ਮਨੁੱਖੀ ਸਰੀਰ ਦੇ ਰਾਹੀਂ, ਪੰਛੀਆਂ ਦੇ ਰਾਹੀਂ ਵੀ, ਕਿਸੇ ਵੀ ਹੋਰ ਰੂਪ ਦੇ ਵਿੱਚ, ਪਰ ਆਪ ਉਹ ਅਜਨਮਾ ਹੈ। ਉਹਦਾ ਜਨਮ ਮਰਨ ਨਹੀਂ ਹੁੰਦਾ ਕਦੇ ਵੀ, ਹਮੇਸ਼ਾ ਤੋਂ ਹੈ, ਹੁਣ ਵੀ ਹੈ, ਪਹਿਲਾਂ ਵੀ ਸੀ ਔਰ ਰਹੇਗਾ ਵੀ। ਨੇਤ ਨੇਤ ਕਥੰਤ ਵੇਦਾ। ਵੇਦ ਵੀ ਉਸਨੂੰ ਨੇਤ ਨੇਤ ਕਹਿ ਕੇ ਪੁਕਾਰਦੇ। ਬੜੀ ਹਦਰਿਕਾ ਇੱਕ ਉਪਨਿਸ਼ਦ ਹੈ ਸਾਧ ਸੰਗਤ ਜੀ, ਉੱਥੋਂ ਇਹ ਨੇਤ ਨੇਤ ਸ਼ਬਦ ਆਇਆ। ਨੇਤ ਨੇਤ ਤੋਂ ਭਾਵ ਹੁੰਦਾ ਵੀ ਤੂੰ ਆ ਵੀ ਨਹੀਂ ਹੈ, ਤੂੰ ਉਹ ਵੀ ਨਹੀਂ ਹੈ, ਤੇਰਾ ਕੁਛ ਪਤਾ ਨਹੀਂ ਤੂੰ ਕਿਆ ਹੈ। ਤੈਨੂੰ ਇੱਕ ਵੀ ਨਹੀਂ ਕਹਿ ਸਕਦੇ, ਤੈਨੂੰ ਅਨੇਕ ਵੀ ਨਹੀਂ ਕਹਿ ਸਕਦੇ, ਕਿਉਂਕਿ ਸਭ ਪਾਸੇ ਤੇਰੀ ਜੋਤ ਹੈ। ਤੂੰ ਵਕਤਾ ਹੈ, ਤੂੰ ਸਰੋਤਾ, ਇਹ ਵੀ ਨਹੀਂ ਕਹਿ ਸਕਦੇ। ਸਾਰਿਆਂ ਪਾਸੇ ਤੂੰ ਹੀ ਹੈ, ਤੇਰੇ ਬਾਰੇ ਕੁਛ ਕਿਹਾ ਹੀ ਨਹੀਂ ਜਾ ਸਕਦਾ। ਊਚ ਮੂਚ ਅਪਾਰ ਗੋਬਿੰਦ ਹੈ। ਤੂੰ ਸਭ ਤੇ ਉੱਚਾ ਹੈ, ਸਭ ਤੇ ਮੂਚ ਹੈ। ਜਿਵੇਂ ਇਹ ਸ਼ਬਦ ਗੁਰਬਾਣੀ 'ਚ ਕਾਫੀ ਆਉਂਦਾ ਹੈ, ਪੰਜਾਬੀ 'ਚ ਘੱਟ ਹੈ ਇਹਦਾ ਪ੍ਰਚਲਨ। ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਚ। ਵਿਸ਼ਾਲਤਾ ਨੂੰ ਕਹਿੰਦੇ ਬਹੁਤ ਭਾਰੀ ਹੋਏ, ਮੂਚ। ਅਪਾਰ ਗੋਬਿੰਦ, ਤੇਰਾ ਕੋਈ ਉਰਾਰ ਨਹੀਂ ਹੈ, ਤੂੰ ਅਪਾਰ ਹੈ। ਬਸੰਤ ਸਾਧ ਰਿਦਿਅੰ ਅਚੁੱਤ ਬੁਝੰਤ ਨਾਨਕ ਬੜ ਭਾਗੀ। ਹੇ ਅਚੁੱਤ, ਹੇ ਅਬਨਾਸ਼ੀ, ਤੂੰ ਸਾਧਾਂ ਦੇ ਹਿਰਦੇ ਵਿੱਚ ਵਸਦਾ ਹੈ, ਗੁਰਮੁਖਾਂ ਦੇ ਹਿਰਦੇ ਵਿੱਚ ਤੇਰਾ ਵਾਸਾ ਹੈ। ਜ਼ਬਾਨ ਦੇ ਉੱਤੇ ਵੀ ਹੈ, ਪ੍ਰਭ ਜੀ ਵਸੈ ਸਾਧ ਕੀ ਰਸਨਾ। ਇਹ ਪ੍ਰਸੰਗ ਅਨੁਸਾਰ ਇਸ ਤਰ੍ਹਾਂ ਦੀਆਂ ਵਿਚਾਰਾਂ ਆਉਂਦੀਆਂ ਹੁੰਦੀਆਂ। ਜੇ ਕੋਈ ਕਹੇ ਬਈ ਕੱਲੀ ਰਸਨਾ ਭਰੇ ਹੁੰਦਾ ਹੈ, ਇਹ ਵੀ ਗੱਲ ਠੀਕ ਨਹੀਂ। ਉਹ ਤਾਂ ਇੱਕ ਜਗ੍ਹਾ ਜ਼ਿਕਰ ਆ ਗਿਆ, ਉਹ ਹਿਰਦੇ ਵਿੱਚ ਵੀ ਹੈ, ਰਸਨਾ 'ਚ ਵੀ ਹੈ, ਸਾਰੇ ਸਰੀਰ ਵਿੱਚ ਵੀ ਰਮਿਆ ਹੋਇਆ, ਰੋਮ ਰੋਮ 'ਚ ਉਹਦਾ ਵਾਸਾ ਹੈ। ਔਰ ਉਹ ਕਿੱਥੋਂ ਮਿਲਦਾ ਹੈ, ਉਹਨੂੰ ਕਿਵੇਂ ਬੁੱਝੀਦਾ ਹੈ? ਬਹੁਤ ਵੱਡੇ ਭਾਗ ਹੋਵੇਂ ਅਗਰ, ਫੇਰ ਸਾਨੂੰ ਸਤਿਗੁਰੂ ਨੂੰ ਮਿਲਾਉਂਦਾ ਪਰਮਾਤਮਾ ਵਾਹਿਗੁਰੂ। ਫੇਰ ਅਸੀਂ ਬੁੱਝਦੇ ਹਾਂ ਵੀ ਸਾਧ ਦੀ ਰਸਨਾ ਦੇ ਉੱਤੇ ਉਹਦਾ ਵਾਸਾ ਹੈ। ਬਹੁਤ ਵੱਡੇ ਭਾਗ ਹੋਣ ਤਦ ਜਾ ਕੇ। ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰੈ। ਉਦਿਆਨ ਜੰਗਲ, ਇਹ ਜੰਗਲ, ਇਹ ਜਿਹੜਾ ਸੰਸਾਰ ਹੈ ਇਹ ਜੰਗਲ ਦੇ ਨਿਆਈ ਹੈ। ਇਹਦੇ 'ਚ ਜਿਹੜਾ ਸਾਡਾ ਵਾਸਾ ਹੈ, ਸਾਡੇ ਸੰਬੰਧੀ ਕੌਣ ਹੈ? ਜਿਵੇਂ ਜੰਗਲ ਦੇ ਵਿੱਚ ਉਹਨੇ ਕੁੱਤੇ, ਗਿੱਦੜ, ਖੋਤੇ, ਐਸੇ ਤਰੀਕੇ ਨਾਲ ਇਹੋ ਜਿਹੀਆਂ ਬਿਰਤੀਆਂ ਵਾਲੇ ਸਾਡੇ ਮਿੱਤਰ ਹੈ, ਸਾਡੇ ਸੰਬੰਧੀ ਹੈ। ਸਾਡਾ ਭਾਈਚਾਰਾ ਇਹੋ ਜਿਹਾ, ਕੁੱਤਿਆਂ ਵਰਗਾ, ਗਿੱਦੜਾਂ ਵਰਗਾ ਤੇ ਖੋਤਿਆਂ ਵਰਗਾ। ਅਸੀਂ ਇਸ ਸੰਸਾਰ ਦੇ ਜੰਗਲ 'ਚ ਵਾਸਾ ਰੱਖਿਆ ਹੋਇਆ। ਬਿਖਮ ਸਥਾਨ ਮਨ ਮੋਹ ਮਦਰੰਗ, ਇਹ ਬੜਾ ਬਿਖਮ ਸਥਾਨ ਹੈ, ਭਵਜਲ ਹੈ। ਇਹਦੇ ਵਿੱਚ ਮਨ ਦਾ ਮੋਹ ਨਸ਼ੇ ਦੀ ਤਰ੍ਹਾਂ, ਸਾਨੂੰ ਇਹਦਾ ਨਸ਼ਾ ਚੜਿਆ ਹੋਇਆ ਜਿਹੜਾ ਇਹ ਜੰਗਲ ਹੈ। ਸਾਡੇ ਸੰਬੰਧੀ ਵੀ ਐਸੇ ਹੀ ਹੈ। ਮਹਾਸਾਧ ਪੰਜ ਤਸਕਰ ਹੈ, ਇਸੇ ਦੇ ਵਿੱਚ, ਇਹ ਜੰਗਲ ਦੇ ਵਿੱਚ ਨਾ ਸਾਧੇ ਜਾਣ ਵਾਲੇ ਪੰਜ ਤਸਕਰ ਵੀ ਵੱਸਦੇ ਹੈ। ਸਾਧ ਸੰਗਤ ਜੀ, ਉਹ ਅਸਾਧ ਤ੍ਰੈਗੁਣੀਆਂ ਖਾਤਰ ਹੈ, ਚੌਥੇ ਗੁਣ ਵਾਲਿਆਂ ਖਾਤਰ ਨਹੀਂ ਹੈ। ਉੱਥੇ ਸਾਧੇ ਜਾਂਦੇ ਹੈ। ਹੀਤ ਮੋਹ ਭੈ ਭਰਮ ਭ੍ਰਮਣੰ ਅਹੰ ਫਾਂਸ ਤੀਖਣ ਕਟਨੈ। ਇਹ ਜਿਹੜਾ ਮੋਹ ਔਰ ਭੈ ਭਰਮ ਹੈ ਜਿਹੜੇ, ਇਹਨਾਂ ਦੇ ਵਿੱਚ ਅਸੀਂ ਭ੍ਰਮਣ ਕਰ ਰਹੇ ਹਾਂ। ਸਾਡਾ ਚੱਲਣਾ ਹੈ ਜਿਹੜਾ ਇਹਨਾਂ ਦੇ ਇਸੇ ਕਰਕੇ ਹੋ ਰਿਹਾ। ਔਰ ਜਿਹੜੀ ਅਹੰਗ ਫਾਂਸ ਹੈ, ਹਉਮੈ ਦੀ ਜਿਹੜੀ ਤਿੱਖੀ ਔਰ ਕਠਿਨ ਫਾਂਸੀ ਹੈ, ਉਹਦੇ 'ਚ ਅਸੀਂ ਫਸੇ ਹੋਏ ਹਾਂ। ਜੋ ਹਮ ਬੰਧੇ ਮੋਹ ਫਾਸ
ਆਉਂਦਾ ਬਚਨ ਫਿਰ ਦੁਬਾਰਾ ਯਾਦ ਆ ਜਾਊਗਾ। ਜਿਹੜੀ ਅਹੰਗ ਦੀ ਫਾਂਸੀ ਹੈ, ਹਉਮੈ ਦੀ, ਉਹ ਬੜੀ ਤਿੱਖੀ ਔਰ ਕਠਿਨ ਹੈ। ਜੋ ਹਮ ਬੰਦੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬੰਦੇ। अपने छूटन के जतन करो, हम छूटे तुम आराधे। अपने छूटन को जतन करो, हम छूटे तुम आराधे। हे वाहिगुरु जीओ, ਅਸੀਂ ਮੋਹ ਦੀ ਫਾਂਸ ਵਿੱਚ, ਹਉਮੈ ਦੀ ਫਾਂਸ ਵਿੱਚ ਫਸੇ ਹੋਏ ਹਾਂ। ਇਹ ਫਾਂਸੀ ਸਾਡੇ ਗਲਾਂ 'ਚ ਪਈ ਹੋਈ ਹੈ, ਰੱਸਾ ਫਾਂਸੀ ਦਾ, ਮੋਹ ਦਾ, ਅਹੰਗ ਦਾ। ਸਾਨੂੰ ਇਹਨਾਂ ਤੋਂ ਕੱਢ ਲਓ। ਪਾਵਕ ਤੋਂ ਅਸਾਧ ਘੋਰੰ, ਅਗੰਮ ਤੀਰ ਨਹਿ ਲੰਘਣ। ਪਾਵਕ ਅੱਗ ਤੋਂ ਪਾਣੀ ਹੁੰਦਾ ਹੈ। ਅੱਗ ਯਾਨੀ ਤ੍ਰਿਸ਼ਨਾ, ਤੋ ਯਾਨੀ ਪਾਣੀ, ਭੋਗਾਂ ਦਾ, ਵਿਸ਼ਿਆਂ ਵਿਕਾਰਾਂ ਦਾ। ਇਹ ਬੜਾ ਅਸਾਧ ਹੈ। ਤ੍ਰਿਸ਼ਨਾ ਨੂੰ ਕੋਈ ਰੋਕ ਨਹੀਂ ਸਕਦਾ। ਤ੍ਰਿਸ਼ਨਾ ਤੋਂ ਬੜਾ ਕੇਵਲ ਰੱਬ ਹੈ, ਬਾਕੀ ਸਭ ਹੇਠਾਂ ਹੀ ਹੈ। ਸਭ ਤੋਂ ਵੱਡਾ ਸਮੁੰਦਰ, ਸਭ ਤੋਂ ਵੱਡਾ ਕਹਿ ਲਓ ਪਹਾੜ, ਪਹਾੜ ਤੋਂ ਵੱਡਾ ਸਮੁੰਦਰ, ਸਮੁੰਦਰ ਤੋਂ ਵੱਡੀ ਤ੍ਰਿਸ਼ਨਾ, ਤ੍ਰਿਸ਼ਨਾ ਤੋਂ ਉੱਪਰ ਫਿਰ ਪਰਮਾਤਮਾ। ਇਹ ਅਸਾਧ ਹੈ ਭਾਈ। ਘੋਰੰ, ਬਹੁਤ ਘੋਰ ਆਪਾਂ ਕਹਿੰਦੇ ਉਸ ਚੀਜ਼ ਨੂੰ ਜਿਹਦੀ ਬਹੁਤ ਜ਼ਿਆਦਾ ਹੋਵੇ। ਅਗੰਮ ਤੀਰ ਨਹਿ ਲੰਘਣ, ਤੀਰ ਹੁੰਦਾ ਕੰਢਾ। ਇਸ ਸਮੁੰਦਰ ਦੇ ਕੰਢੇ ਚੋਂ, ਇਸ ਪਾਣੀ ਦਾ ਜਿਹੜਾ ਭਵਜਲ ਹੈ ਸੰਸਾਰ ਰੂਪੀ, ਇਹਦਾ ਕੰਢਾ ਮਿਲਦਾ ਨਹੀਂ ਹੈ, ਇਹ ਲੰਘਿਆ ਨਹੀਂ ਜਾਂਦਾ। ਕੇਵਲ ਔਰ ਕੇਵਲ ਗੁਰੂ ਕਿਰਪਾ ਦੇ ਨਾਲ, ਪਰਮਾਤਮਾ ਦੇ ਕਰਮ ਨਾਲ ਇਹ ਲੰਘਿਆ ਜਾ ਸਕਦਾ ਹੈ, ਸਾਧ ਸੰਗਤ ਦੀ ਬਰਕਤ ਨਾਲ। ਅਦਰਵਾਈਜ਼ ਇਹ ਚੀਜ਼ਾਂ ਪਾਰ ਕਰਨੀਆਂ ਬੜੀਆਂ ਮੁਸ਼ਕਿਲ ਹੈ। ਭਜ ਸਾਧ ਸੰਗ ਗੋਪਾਲ ਨਾਨਕ, ਹਰ ਚਰਨ ਸਰਨ ਉਦਰਨ ਕਿਰਪਾ। ਸਾਧੂ ਦੀ ਸੰਗਤ ਵਿੱਚ ਗੋਪਾਲ ਨੂੰ ਭਜਣਾ, ਗੋਪਾਲ ਨੂੰ ਜਪਣਾ, ਗੋਪਾਲ ਨੂੰ ਧਿਆਉਣਾ, ਗੋਪਾਲ ਦੀ ਕੀਰਤੀ ਕਰਨੀ। ਹਰ ਚਰਨ ਸਰਨ ਉਦਰਨ ਕਿਰਪਾ। ਹਰੀ ਦੇ ਚਰਨਾਂ ਦੇ ਨਾਲ ਹੀ, ਉਹਦੀ ਕਿਰਪਾ ਦੇ ਨਾਲ ਹੀ ਸਾਡਾ ਉਧਾਰ ਹੋ ਸਕਦਾ ਹੈ। ਹਰੀ ਦੇ ਚਰਨਾਂ ਤੋਂ ਮੁਰਾਦ ਹੈ ਉਹਦਾ ਸ਼ਬਦ, ਗੁਰਬਾਣੀ। ਇਹਦੇ ਲੜ ਲੱਗ ਕੇ ਨੀਵੇਂ ਹੋ ਕੇ, ਚਰਨ ਕਿਉਂਕਿ ਨੀਵੇਂ ਹੁੰਦੇ ਸਾਰੇ ਸਰੀਰ ਤੋਂ, ਇਸ ਕਰਕੇ ਚਰਨਾਂ ਦੇ ਨਾਲ ਹੀ ਤਸ਼ਬੀਹ ਦਿੱਤੀ ਜਾਂਦੀ ਹੈ ਨਿਮਰਤਾ ਨੂੰ। ਸਿਰ ਉੱਚਾ ਹੁੰਦਾ ਹੈ, ਸਿਰ ਦੀ ਕੋਈ ਮਹਿਮਾ ਨਹੀਂ ਗਾਈ ਜਾਂਦੀ। ਹਾਲਾਂਕਿ ਆਪਣੀ ਜਗ੍ਹਾ ਸਿਰ ਵੀ ਠੀਕ ਹੈ ਬੁੱਧੀ ਕਰਕੇ, ਪਰ ਹਮੇਸ਼ਾ ਝੁੱਕ ਕੇ ਹੀ ਸਲਾਮ ਕਰਿਆ ਜਾਂਦਾ। ਇਸ ਕਰਕੇ ਚਰਨਾਂ ਦੀ ਮਹਿਮਾ ਧਾਰਮਿਕ ਜਗਤ ਵਿੱਚ ਜ਼ਿਆਦਾ। ਤੋ ਜਦੋਂ ਵੀ ਸਾਨੂੰ ਉਹਦੀ ਕਿਰਪਾ ਹੋ ਜਾਏ, ਅਸੀਂ ਉਹਦੇ ਚਰਨਾਂ ਸ਼ਰਨਾਂ ਵਿੱਚ ਪੈ ਜਾਈਏ, ਉਹਦੇ ਚਰਨ ਕਮਲਾਂ ਨੂੰ ਪਕੜ ਲਈਏ, ਮਤਲਬ ਇਹ ਹੈ। ਔਰ ਸੰਗਤ ਵਿੱਚ ਬੈਠ ਕੇ ਫਿਰ ਅਸੀਂ ਇਸ ਘੋਰ ਸਮੁੰਦਰ ਤੋਂ ਲੰਘ ਸਕਦੇ, ਭਵਜਲ ਤੋਂ। ਅਦਰਵਾਈਜ਼ ਇਹਦੇ ਵਿੱਚ ਹੀ ਗੋਤੇ ਖਾ ਰਹੇ ਹਾਂ। ਇਹ ਤਸ਼ਬੀਹਾਂ ਸਾਧ ਸੰਗਤ ਜੀ ਦਿੱਤੀਆਂ ਸਮਝਾਉਣ ਖਾਤਰ ਮਨੁੱਖ ਨੂੰ। ਹਾਲਾਂਕਿ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਇਹ ਸੱਚੇ ਦੀ ਕੋਠੜੀ ਹੈ, ਸੱਚਾ ਇਹਦੇ ਵਿੱਚ ਰਹਿੰਦਾ ਹੈ, ਆਪ ਵਿੱਚ ਬੈਠਾ ਬਿਰਾਜਮਾਨ ਹੈ ਇਸ ਜਗਤ ਦੇ ਵਿੱਚ। ਪਰੰਤੂ ਇਹ ਮਿਟਣ ਵਾਲਾ ਹੈ, ਨਸ਼ਵਰ ਹੈ, ਨਾਸ਼ਵਾਨ ਹੈ। ਇਹਨੇ ਰਹਿਣਾ ਨਹੀਂ, ਇਸ ਕਰਕੇ ਕੂੜ ਵੀ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਸੱਚਾ ਇਸ ਕਰਕੇ ਵੀ ਸੱਚਾ ਇਹਦੇ ਵਿੱਚ ਵਸਿਆ ਹੋਇਆ, ਉਹਨੇ ਇਹ ਬਣਾਇਆ ਹੋਇਆ। ਪੂਰੇ ਕਾ ਕੀਆ ਸਭ ਕੁਛ ਪੂਰਾ, ਘਾਟ ਵੱਧ ਕੁਛ ਨਹੀਂ। ਤੋ ਗੁਰਬਾਣੀ ਦੇ ਵਿੱਚ ਦੋਹੇ ਤਰ੍ਹਾਂ ਦੀ ਵਿਚਾਰ ਚੱਲਦੀ ਹੈ। ਇੱਕ ਪਾਸੇ ਹੈ ਹੀ ਨਹੀਂ ਹੈ। ਜੇ ਬੰਦਾ ਇੱਕ ਪਾਸੇ ਹੋ ਕੇ ਸੋਚਦਾ ਹੈ, ਫਿਰ ਸਾਨੂੰ ਗੁਰਮਤਿ ਦੀ ਸਮਝ ਲੱਗੀ ਨਹੀਂ ਸਕਦੀ। ਹਰ ਇੱਕ ਇਸ਼ੂ ਦੇ ਉੱਤੇ ਦੋ ਤਰ੍ਹਾਂ ਦੇ ਖਿਆਲ ਚੱਲਦੇ, ਦੋਹਾਂ ਦੇ ਸਮਝ ਆ ਕੇ ਫਿਰ ਮਨ ਵਿੱਚ ਬੈਲੈਂਸ ਬਣਦਾ ਵੀ ਤੂੰ ਕਿਆ ਚੀਜ਼ ਹੈ। ਤੂੰ ਏਕ ਵੀ ਹੈ, ਤੂੰ ਅਨੇਕ ਵੀ ਹੈ। ਹੁਣ ਬੁੱਧੀ ਕਹੂਗੀ ਵੀ ਇਹ ਕਿਵੇਂ ਹੋ ਸਕਦਾ, ਜਾਂ ਕੋਈ ਬੰਦਾ ਇੱਕ ਹੋ ਸਕਦਾ, ਜਾਂ ਬਹੁਤਿਆਂ ਵਿੱਚ ਹੋ ਸਕਦੇ ਬਹੁਤੇ। ਪਰ ਪਰਮਾਤਮਾ ਇੱਕ ਵੀ ਹੈ, ਅਨੇਕ ਵੀ ਹੈ। ਉਹਦਾ ਨਾਮ ਵੀ ਹੈ, ਉਹਦਾ ਨਾਂ ਵੀ ਕੋਈ ਨਹੀਂ ਹੈ। ਆ ਦੇਖੋ ਨਵੀਂ ਚੀਜ਼ ਹੈ ਵੀ, ਅਨਾਮ ਹੈ, ਅਠਾਮ ਹੈ। ਉਹ ਵਸਦਾ ਵੀ ਹੈ, ਉਹਦੀ ਜਗ੍ਹਾ ਵੀ ਕੋਈ ਨਹੀਂ ਹੈ। ਸਾਰੇ ਹਿਰਦਿਆਂ ਵਿੱਚ ਉਹਦਾ ਵਾਸਾ ਹੈ। ਸੋ ਗੁਰਮਤ ਨੂੰ ਸਮਝਣ ਖਾਤਰ ਇਹ ਜ਼ਰੂਰੀ ਹੈ ਵੀ ਸਾਡਾ ਮਨ ਹੈ ਜਿਹੜਾ ਉਹ ਹੇਠਾਂ ਆ ਜਾਵੇ, ਨੀਵਾਂ ਹੋ ਜਾਵੇ।
ਫੇਰ ਸਮਝ ਆਊਗੀ। ਜੇ ਬੁੱਧੀ ਚੋਂ ਸੋਚਣੀਆਂ ਇਹ ਗੱਲਾਂ ਤਾਂ ਕੋਈ ਵੀ ਨਹੀਂ ਮਾਫਕ ਆਉਣੀ ਹੈ। ਫਿਰ ਤਾਂ ਬੁੱਧੀ ਤਾਂ ਇਹੀ ਕਹੇਗੀ ਵੀ ਨਹੀਂ ਨਹੀਂ, ਇਹਨਾਂ ਚੋਂ ਇੱਕ ਗੱਲ ਹੋਊਗੀ, ਦੋ ਨਹੀਂ ਹੋ ਸਕਦੀ। ਪਰ ਹੈ ਇਸੇ ਤਰ੍ਹਾਂ। ਤੂੰ ਵਕਤਾ ਵੀ ਹੈ, ਤੂੰ ਚੁੱਪ ਕਰਕੇ ਸੁਣਨ ਵਾਲਾ ਸਰੋਤਾ ਵੀ ਹੈ। ਕਿਵੇਂ ਮੰਨੂਗੀ ਬੁੱਧੀ ਇਸ ਗੱਲ ਨੂੰ? ਪਰ ਹੈ ਇਸੇ ਤਰ੍ਹਾਂ। ਕਿਤੇ ਤੂੰ ਪ੍ਰਚੰਡ ਰੂਪ ਹੋ ਕੇ ਦੇਵੀ ਦੇ ਰੂਪ ਚ ਸ੍ਰੀ ਸਾਹਿਬ ਪਕੜੀ ਫਿਰਦਾ, ਦੈਂਤਾਂ ਦਾ ਨਾਸ਼ ਕਰ ਰਿਹਾ। ਕਿਤੇ ਤੂੰ ਸ਼ਾਂਤ ਰੂਪ ਹੋਈ ਬੈਠਾ। ਗੁਰੂ ਸਾਹਿਬ ਦਾ ਇਹ ਵੀ ਬਚਨ ਹੈ ਦਸ਼ਮੇਸ਼ ਜੀ ਦਾ, ਨਮੋ ਕਲੈ ਕਰਤਾ ਨਮੋ ਸ਼ਾਂਤ ਰੂਪੇ। ਇਹ ਜਿਹੜਾ ਜਗਤ ਦੇ ਵਿੱਚ ਕਲਾ ਕਲੇਸ਼ ਹੈ, ਇਹ ਵੀ ਤੇਰਾ ਹੀ ਪਾਇਆ ਹੋਇਆ, ਤੈਨੂੰ ਨਮਸਕਾਰ ਹੈ। ਇੱਕ ਕਲੇਸ਼ ਕਿਹੜੇ ਉਹ ਤੋਂ ਬਾਹਰ ਹੈ। ਨਮੋ ਸ਼ਾਂਤ ਰੂਪੇ, ਜਦ ਤੂੰ ਸ਼ਾਂਤੀ ਵਰਤਾਉਣਾ ਉੱਥੇ ਵੀ ਤੂੰ ਹੀ ਹੁੰਨਾ। ਇਹ ਜਿਹੜੀ ਗੁਰਬਾਣੀ ਦੀ ਵਿਚਾਰ ਹੈ, ਇਹਨੂੰ ਸਮਝਣ ਖਾਤਰ ਜਾਪ ਸਾਹਿਬ ਦਾ ਪੜ੍ਹਨਾ ਬਹੁਤ ਜ਼ਰੂਰੀ ਹੈ, ਵਿਚਾਰਨਾ। ਬਹੁਤ ਸਾਰੀਆਂ ਬਾਤਾਂ ਜਿਹੜੀਆਂ ਗੁਰਬਾਣੀ ਵਿੱਚ ਗੁੰਫ ਕੇ ਯਾਨੀ ਜਿਕਣ ਹਾਰ ਪਰੋਈ ਦਾ ਇੱਕਣ ਪਰੋ ਕੇ ਰੱਖੀਆਂ ਹੋਈਆਂ, ਉਹਨਾਂ ਨੂੰ ਖੋਲਿਆ ਗਿਆ ਭਾਈ ਗੁਰਦਾਸ ਜੀ ਦੁਆਰਾ, ਦਸ਼ਮੇਸ਼ ਜੀ ਦੁਆਰਾ, ਭਾਈ ਨੰਦ ਲਾਲ ਜੀ ਦੁਆਰਾ। ਇਸੇ ਕਰਕੇ ਗੁਰੂ ਸਾਹਿਬ ਨੇ ਕੁੰਜੀ ਕਿਹਾ ਸੀ ਭਾਈ ਗੁਰਦਾਸ ਜੀ ਦੀ ਬਾਣੀ ਨੂੰ, ਭਾਵੇਂ ਸ਼ਾਮਲ ਨਹੀਂ ਕਰੀ ਭਾਈ ਗੁਰਦਾਸ ਜੀ ਦੀ ਨਿਮਰਤਾ ਕਰਕੇ, ਲੇਕਿਨ ਉਹ ਕੁੰਜੀ ਹੈ। ਤਾਲਾ ਖੋਲਣ ਖਾਤਰ ਕੁੰਜੀ ਦੀ ਲੋੜ ਪੈਂਦੀ ਹੈ। ਜਗ੍ਹਾ ਜਗ੍ਹਾ ਭਾਈ ਗੁਰਦਾਸ ਜੀ ਨੇ ਗੁਰਬਾਣੀ ਦੀਆਂ ਤੁਕਾਂ ਮਹਾਂਵਾਕਾਂ ਨੂੰ ਖੋਲਿਆ। ਜਿਹੜੇ ਸਾਗਰ ਕੁੱਜੇ 'ਚ ਬੰਦ ਕਰੇ ਹੋਏ ਸ਼ਬਦ ਹੈ, ਲਾਈਨਾਂ, ਉਹਨਾਂ ਨੂੰ ਵਿਆਖਿਆ ਕਰਕੇ ਖੋਲਿਆ। ਸਾਰਾ ਗੁਰੂ ਗ੍ਰੰਥ ਸਾਹਿਬ ਜੀ ਜਪਜੀ ਸਾਹਿਬ ਦੇ ਅੰਦਰ ਹੈ। ਸਾਰਾ ਜਪਜੀ ਸਾਹਿਬ ਜੀ ਮੂਲ ਮੰਤਰ ਦੇ ਅੰਦਰ ਹੈ। ਸਾਰਾ ਮੂਲ ਮੰਤਰ ਇੱਕ ਓਂਕਾਰ ਦੇ ਅੰਦਰ ਹੈ। ਸਾਰਾ ਇੱਕ ਓਂਕਾਰ ਏਕੇ ਦੇ ਅੰਦਰ। ਇੱਕ ਵਾਰੀ ਦਸ਼ਮੇਸ਼ ਜੀ ਨੇ ਕਿਹਾ ਸਿੰਘਾਂ ਨੂੰ ਬਈ ਅਸੀਂ ਉਹਦੇ ਤੇ ਬਹੁਤ ਪ੍ਰਸੰਨ ਹੋਵਾਂਗੇ ਜਿਹੜਾ ਸਾਡੇ ਘੋੜੇ ਦੇ ਉੱਤੇ ਚੜ੍ਹਨ ਖਾਤਰ ਜਦੋਂ ਅਸੀਂ ਚਰਨ ਰੱਖਾਂਗੇ ਰਕਾਬ 'ਚ, ਉਦੋਂ ਸਾਰਾ ਗੁਰੂ ਗ੍ਰੰਥ ਸਾਹਿਬ ਸੁਣਾ ਦੇਵੇ। ਬਹੁਤਿਆਂ ਨੂੰ ਸੋਚ ਪੈ ਗਈ ਕਿ ਐਡਾ ਬੜਾ ਗੁਰੂ ਗ੍ਰੰਥ ਸਾਹਿਬ ਜੀ ਕਿਵੇਂ ਇੱਕ ਛਿਨ ਵਿੱਚ ਕਿਵੇਂ ਸੁਣਾਇਆ ਜਾਊਗਾ। ਪਰ ਗੁਰੂ ਸਾਹਿਬ ਦੀਆਂ ਕਲਾ ਹੁੰਦੀਆਂ। ਕਿਸੇ ਸਿੰਘ ਨੂੰ ਬਰਕਤ ਦਿੱਤੀ, ਉਹਦੇ ਅੰਦਰ ਬਸਿਆ। ਉਹ ਕਹਿੰਦਾ ਗੁਰੂ ਮਹਾਰਾਜ ਰੱਖੋ ਮੇਰੇ ਸਿਰ ਪਰ ਹੱਥ, ਮੈਂ ਸੁਣਾਉਂਦਾ। ਸਾਰੇ ਹੈਰਾਨ ਵੀ ਇਹ ਕਿਵੇਂ ਸੁਣਾ ਦੂਗਾ, ਇਹ ਤਾਂ 48 ਘੰਟੇ ਘੱਟ ਤੋਂ ਘੱਟ ਚਾਹੀਦੇ। ਉਹ ਕਹਿੰਦੇ ਠੀਕ ਹੈ ਜੀ, ਤੁਸੀਂ ਚਰਨ ਰੱਖੋ, ਮੈਂ ਤੁਹਾਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਸੁਣਾਉਂਦਾ। ਜਦੋਂ ਉਹਨਾਂ ਨੇ ਚਰਨ ਰੱਖਣ ਦੀ ਤਿਆਰੀ ਕਰੀ ਔਰ ਰੱਖੇ, ਤਾਂ ਉਹ ਸਿੰਘ ਕਹਿੰਦਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਬਹੁਤ ਪ੍ਰਸੰਨ ਹੋਏ ਗੁਰੂ ਸਾਹਿਬ। ਇਹ ਨਿਚੋੜ ਹੈ ਸਾਰੀ ਬਾਣੀ ਦਾ, ਸਾਰੇ ਗ੍ਰੰਥ ਸਾਹਿਬ ਜੀ ਦਾ। ਜੇ ਇਹਨੂੰ ਵੀ ਸ਼ਾਰਟ ਕਰ ਲਈਏ ਤਾਂ ਏਕਾ ਹੈ, ਏਕੇ ਦਾ ਹੀ ਪਸਾਰਾ, ਸਾਰਾ ਏਕੇ ਦਾ ਵਿਸਤਾਰ ਹੈ। ਜਿਵੇਂ ਜਿਵੇਂ ਉਹਨੂੰ ਭਾਇਆ ਉਹਨੇ ਇੱਕ ਤੋਂ ਅਨੇਕ ਹੋ ਕੇ ਬੈਠ ਗਿਆ। ਚਲੋ ਸਾਧ ਸੰਗਤ ਜੀ, ਵਿਚਾਰ ਦੀ ਸਮਾਪਤੀ ਕਰੀਏ। ਕੋਈ ਅਪਸ਼ਬਦ ਦੀ ਖਿਮਾ ਯਾਚਨਾ ਉਹਦੀ ਔਰ ਅਸੀਸ ਦੀ ਮੰਗ ਬਾਰ ਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਾਧ ਸੰਗਤ ਜੀ, ਖਿਮਾ ਦਾ ਜਾਚਕ ਐਨਕ ਦੀ ਪ੍ਰੋਬਲਮ ਹੁੰਦੀ ਹੈ, ਨਵੀਂ ਜੀ ਲੱਗੀ ਹੈ, ਕਦੇ ਲਾ ਲੈਂਦੇ ਕਦੇ ਨਹੀਂ। ਉਹਦੇ ਕਰਕੇ ਕਈ ਦਫਾ ਪੜ੍ਹਨ ਵਿੱਚ ਫਰਕ ਪੈਂਦਾ ਹੈ। ਜਿਵੇਂ ਪਿਛਲੀ ਜਿਹੜੀ ਸਤਰ ਹੈ ਉਹ ਪੜ੍ਹਨ ਤੋਂ ਰਹਿ ਗਈ ਸੀ, ਲੇਕਿਨ ਅਰਥਾਂ ਵਿੱਚੋਂ ਆ ਗਈ ਹੈ। ਆਪ ਖਿਮਾ ਬਖਸ਼ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਸੱਜਣੋ, ਔਂਕੜ ਦੀ ਜਿਹੜੀ ਵਿਚਾਰ ਵਿਆਕਰਨਕ ਤੌਰ ਤੇ ਕੱਲ ਪਰਸੋਂ ਤੇ ਕਰੀ ਸੀਗੀ, ਉਹਨੂੰ ਥੋੜਾ ਜਿਹਾ ਹੋਰ ਖੋਲਿਆ ਜਾਵੇ। ਜਿੱਥੇ ਨੰਨਾ ਮੁਕਤਾ ਹੁੰਦਾ ਹੈ ਗੁਰਬਾਣੀ 'ਚ, ਨੰਨੇ ਨਾਲ ਯਾਨੀ ਕੋਈ ਵੀ ਲਗ ਮਾਤਰ ਨਾ ਲੱਗੀ ਹੋਵੇ, ਉਸ ਤੋਂ ਪਹਿਲੇ ਅੱਖਰ ਨੂੰ ਅਗਰ ਔਂਕੜ ਜਾਂ ਸਿਹਾਰੀ ਲੱਗੀ ਹੋਵੇ, ਉਹ ਨਾਲ ਨਹੀਂ ਨੰਨਾ ਬੋਲਿਆ ਜਾ ਸਕਦਾ। ਜਿਵੇਂ ਤਹਿ ਚੰਦ ਨਾ ਸੂਰਜ ਪਾਉਣ ਨਾ ਪਾਣੀ, ਚੰਦ ਦੇ ਦੱਦੇ ਨੂੰ ਔਂਕੜ ਲੱਗੀ ਹੋਈ ਹੈ। ਇਹਨੂੰ ਚੰਦ ਨਾ ਸੂਰਜ ਪੜ੍ਹੋਗੇ, ਚੰਦਨ ਨਹੀਂ ਕਹਿ ਸਕਦੇ ਆਪਾਂ ਇਹਨੂੰ।
ਜਿੱਥੇ ਚੰਦਨ ਹੈ ਉੱਥੇ ਵੀ ਸੁਣ ਲਓ। ਕੁੱਤੇ ਚੰਦਨ ਲਾਈ ਹੈ ਭੀਸੋ ਕੁੱਤੀ ਧਾਤ। ਚੰਦਨ ਨੰਨੇ ਨੂੰ ਔਂਕੜ ਲੱਗੀ ਹੋਈ ਹੈ। ਨਿਯਮ ਇਹ ਹੈ ਵੀ ਨੰਨਾ ਮੁਕਤਾ ਹੋਵੇ, ਉਹ ਤੇ ਪਹਿਲੇ ਅੱਖਰ ਨੂੰ ਅਗਰ ਸਿਹਾਰੀ ਜਾਂ ਔਂਕੜ ਲੱਗੀ ਹੈ ਉਹ ਫਿਰ ਨਾਲ ਨਹੀਂ ਬੋਲ ਸਕਦਾ। ਹੁਣ ਉਹਦਾ ਚੱਚੇ ਪਰ ਟਿੱਪੀ ਦੱਦਾ ਨੰਨੇ ਨੂੰ ਔਂਕੜ ਹੈ, ਦੱਦੇ ਨੂੰ ਤਾਂ ਕੋਈ ਨਹੀਂ ਲੱਗੀ ਹੋਈ, ਨਾ ਔਂਕੜ ਨਾ ਸਿਹਾਰੀ, ਇਸ ਕਰਕੇ ਇਹਨੂੰ ਚੰਦਨ ਪੜਿਆ ਜਾਊਗਾ। ਐਸੇ ਤਰ੍ਹਾਂ ਲੱਖ ਕਰੋੜੀ ਬੰਦ ਨਾ ਪਰੇ, ਨੰਨਾ ਮੁਕਤਾ ਹੈ, ਧੱਦੇ ਨੂੰ ਔਂਕੜ ਹੈ ਉਤੇ ਪਹਿਲੇ ਅੱਖਰ ਨੂੰ, ਇਸ ਕਰਕੇ ਇਹਨੂੰ ਬੰਧਨ ਨਹੀਂ ਕਿਹਾ ਜਾ ਸਕਦਾ। ਜਿੱਥੇ ਬੰਧਨ ਆਊਗਾ ਉਹ ਵੀ ਸੁਣ ਲਓ। ਜੀ ਕਾ ਬੰਧਨ ਕਰਮ ਵਿਆਪੈ, ਔਰ ਇਹ ਬੰਧਨ ਬੱਬੇ ਪਰ ਟਿੱਪੀ ਧੱਦਾ ਨੰਨੇ ਨੂੰ ਔਂਕੜ ਹੈ, ਨੰਨਾ ਮੁਕਤਾ ਨਹੀਂ ਹੈ, ਉਰੇ ਬੰਧਨ ਪੜਿਆ ਜਾਊਗਾ। ਮੰਨੈ ਮੱਗ ਨਾ ਚੱਲੇ ਪੰਥ, ਨੰਨਾ ਮੁਕਤਾ ਹੈ, ਗੱਗੇ ਨੂੰ ਔਂਕੜ ਹੈ, ਮੰਨੈ ਮੱਗ ਨਾ ਚੱਲੇ ਪੰਥ। ਜਿੱਥੇ ਇਕੱਠਾ ਮੰਮਾ ਗੱਗਾ ਨੰਨੇ ਨੂੰ ਔਂਕੜ ਆਊਗੀ, ਮਾਇਆ ਮਗਨ ਨਰਕ ਲੈ ਜਾਈ, ਉੱਥੇ ਮਗਨ ਪੜ੍ਹਨਾ ਪਊਗਾ ਇਹਨੂੰ, ਕਿਉਂਕਿ ਨੰਨੇ ਨੂੰ ਔਂਕੜ ਹੈ, ਨੰਨਾ ਮੁਕਤਾ ਨਹੀਂ ਹੈ। ਇਸੇ ਤਰ੍ਹਾਂ ਸਰਵਨ ਸ਼ਬਦ ਹੈ, ਸੱਸਾ ਪੈ ਚਰਾਰਾ ਵਾਹ ਵਾਹ ਨੰਨੇ ਨੂੰ ਸਿਆਰੀ। ਜੇ ਅੱਗੇ ਨੰਨਾ ਮੁਕਤਾ ਆ ਗਿਆ ਤਾਂ ਇਹਨੂੰ ਸਰਵਨ ਨਾ ਪੜਾਂਗੇ, ਸਰਵਨਨ ਨਹੀਂ ਕਹਿ ਸਕਦੇ। ਸਰਵਨਨ ਹੋਊਗਾ ਜੇ ਨੰਨਾ ਮੁਕਤਾ ਨਹੀਂ ਹੋਊਗਾ, ਫਿਰ ਉਹਨੂੰ ਕਹਿ ਸਕਦੇ ਸਰਵਨਨ। ਜੇ ਨੰਨਾ ਮੁਕਤਾ ਹੈ ਉੱਤੇ ਪਹਿਲੇ ਨੰਨੇ ਨੂੰ ਸਿਆਰੀ ਲੱਗੀ ਹੈ, ਫਿਰ ਸਰਵਨ ਨਾ ਪੜ੍ਹਨਾ ਪਊਗਾ। ਐਸੇ ਤਰ੍ਹਾਂ ਡੀਂਗ ਨਾ ਡੋਲੇ, ਡੱਡੇ ਨੂੰ ਬਿਹਾਰੀ, ਗੱਗੇ ਨੂੰ ਸਿਹਾਰੀ, ਅੱਗੇ ਨੰਨਾ ਮੁਕਤਾ ਹੈ ਤਾਂ ਇਹਨੂੰ ਪੜਾਂਗੇ ਡੀਂਗ ਨਾ ਡੋਲੇ। ਜਿੱਥੇ ਡੀਂਗਾਂ ਬਹੁਤੀਆਂ ਮਾਰਨੇ ਦੀ ਗੱਲ ਹੋਵੇ ਉੱਥੇ ਡੀਂਗਨ ਸ਼ਬਦ ਆਊਗਾ, ਡੱਡੇ ਨੂੰ ਬਿਹਾਰੀ, ਗੱਗਾ ਨੰਨਾ। ਐਸੇ ਤਰ੍ਹਾਂ ਆੜੇ ਨੂੰ ਕੰਨਾ, ਪੱਪੇ ਨੂੰ ਔਂਕੜ, ਅੱਗੇ ਨੰਨਾ ਮੁਕਤਾ ਹੈ, ਇਹਨੂੰ ਪੜਾਂਗੇ ਆਪ ਨਾ। ਜਾਂ ਆੜੇ ਨੂੰ ਕੰਨਾ, ਪੱਪੇ ਨੂੰ ਸਿਹਾਰੀ, ਅੱਗੇ ਫੇਰ ਨੰਨਾ ਮੁਕਤਾ, ਇਹਨੂੰ ਪੜਾਂਗੇ ਆਪ ਨਾ। ਆਪਨ ਨਹੀਂ ਕਹਿ ਸਕਦੇ ਇਹਨੂੰ, ਆਪਨ ਆਉਂਦਾ ਗੁਰਬਾਣੀ ਚ ਕਈ ਜਗ੍ਹਾ, ਪਰ ਉੱਥੇ ਨੰਨਾ ਤੇ ਨੰਨੇ ਤੋਂ ਜਿਹੜੇ ਪਹਿਲਾ ਅੱਖਰ ਹੈ ਪੱਪਾ, ਉਹਨੂੰ ਸਿਆਰੀ ਜਾਂ ਔਂਕੜ ਨਹੀਂ ਲੱਗਿਆ ਹੁੰਦਾ, ਫਿਰ ਉੱਥੇ ਆਪਨ ਪੜਾਂਗੇ। ਆਪਨ ਵਾਪੇ ਨਾਹੀ ਕਿਸੀ ਕੋ, ਭਾਵਨ ਕੋ ਹਰ ਰਾਜਾ। ਸੋ ਇਹਦੇ ਵਿੱਚ ਅਪਵਾਦ ਵੀ ਹੈ, ਨਿਯਮ ਹੈ ਜਿਹੜਾ ਇਹ, ਇੱਕ ਦੋ ਅਪਵਾਦ ਹੈ ਇਹਦੇ ਚ। ਕਿਵੇਂ? ਜਿਹੜੇ ਅੱਖਰ ਗੁਰਬਾਣੀ ਚ ਦੋਨੋਂ ਤਰ੍ਹਾਂ ਲਿਖਣ ਨੇ, ਜਿਵੇਂ ਨਾਰਾਇਣ ਨਰਾਇਣ, ਨੰਨੇ ਨਾਲ ਵੀ ਨਾਣੇ ਨਾਲ ਵੀ, ਪਲਾਇਨ ਪਲਾਇਣ, ਗਾਇਨ ਗਾਇਣ, ਨੰਨਾ ਵੀ ਨਾਣਾ ਵੀ, ਇਹਨਾਂ ਦੇ ਵਿੱਚ ਇਹ ਅਪਵਾਦ ਹੈ ਵੀ ਨੰਨਾ ਮੁਕਤਾ ਵੀ ਹੈ ਤੇ ਮੂਹਰਲੇ ਅੱਖਰ ਨੂੰ ਸਿਆਰੀ ਲੱਗੀ ਹੋਈ ਹੈ। ਇਹ ਅਪਵਾਦ ਹੈ, ਐਕਸੈਪਸ਼ਨ ਹੈ। ਇੱਕ ਨੇ ਸ਼ਬਦ ਹੈ ਕੌਣ ਕੌਣ, ਦੋਹੇ ਤਰ੍ਹਾਂ ਆਉਂਦਾ ਗੁਰਬਾਣੀ ਚ, ਕਾਕਾ ਊੜੇ ਨੂੰ ਔਂਕੜ ਨੰਨਾ, ਇਹ ਅਪਵਾਦ ਹੈ, ਐਕਸੈਪਸ਼ਨ ਹੈ। ਨੰਨਾ ਮੁਕਤਾ ਹੈ, ਮੂਹਰੇ ਔਂਕੜ ਲੱਗੀ ਹੋਈ ਹੈ। ਇਸੇ ਤਰ੍ਹਾਂ ਦਾ ਇੱਕ ਐਕਸੈਪਸ਼ਨ ਇਹਦੀ ਹੋਰ ਹੈ ਨਿਯਮ ਦੀ, ਜਿੱਥੇ ਵੀ ਕੋਈ ਖਾਸ ਨਾਮ ਹੈ, ਪ੍ਰੋਪਰ ਨਾਉਨ ਵਰਤਿਆ ਗਿਆ ਹੋਵੇ, ਉੱਥੇ ਐਕਸੈਪਸ਼ਨ ਹੈ। ਜਿਵੇਂ ਗੰਗ ਜਮਨ ਕੇ ਅੰਤਰੇ, ਜੱਜਾ ਮੰਮੀ ਨੂੰ ਔਂਕੜ ਨੰਨਾ ਜਮਨ, ਹਾਲਾਂਕਿ ਨੰਨਾ ਮੁਕਤਾ ਹੈ, ਮੂਹਰੇ ਔਂਕੜ ਲੱਗਿਆ, ਇਹਨੂੰ ਜਮ ਨਾ ਹੋਣਾ ਚਾਹੀਦਾ ਨਾ ਨਿਯਮ ਦੇ ਮੁਤਾਬਕ, ਪਰ ਨਹੀਂ, ਇਹ ਕਿਉਂਕਿ ਪ੍ਰੋਪਰ ਨਾਉਨ ਹੈ, ਗੰਗਾ ਜਮਨਾ ਜਿਹੜੇ ਹੈ, ਉੱਥੇ ਜਮੁਨ। ਗੁਰੂ ਅਰਜੁਨ, ਜੱਜੇ ਨੂੰ ਔਂਕੜ ਨਾਲ ਆਉਂਦਾ ਹਮੇਸ਼ਾ, ਪ੍ਰੋਪਰ ਨਾਉਨ ਕਰਕੇ ਇਹਨੂੰ ਅਰਜ ਨਾ ਨਹੀਂ ਪੜ੍ਹ ਸਕਦੇ, ਗੁਰੂ ਅਰਜੁਨ। ਇਸ ਕਰਕੇ ਇਹ ਜਿਹੜੇ ਦੋ ਐਕਸੈਪਸ਼ਨਾਂ ਇਹਦੀਆਂ, ਕਈ ਦਫਾ ਫਿਰ ਐਂ ਹੋ ਜਾਂਦਾ ਨਾ ਵੀ ਸਾਨੂੰ ਤਾਂ ਦੱਸਿਆ ਗਿਆ ਸੀ ਵੀ ਜੇ ਨੰਨਾ ਮੁਕਤਾ ਹੋਵੇ, ਮੂਹਰੇ ਸਿਹਾਰੀ, ਮੂਹਰਲੇ ਅੱਖਰ ਨੂੰ ਸਿਹਾਰੀ ਜਾਂ ਔਂਕੜ ਹੋਵੇ, ਫਿਰ ਉਹ ਨਾਲ ਨਹੀਂ ਪੜ੍ਹ ਹੋਣਾ, ਪਰ ਇੱਥੇ ਦੋਹਾਂ ਚ ਇਸ ਤਰ੍ਹਾਂ ਹੈਗਾ। ਇਹ ਐਕਸੈਪਸ਼ਨਾਂ ਅਪਵਾਦ ਕਹਿੰਦੇ ਇਹਨੂੰ। ਇਸ ਕਰਕੇ ਇਹ ਧਿਆਨ ਰੱਖਣ ਵਾਲੀ ਗੱਲ ਹੈ। ਬਹੁਤਾਤਰ ਆਮ ਕਰਕੇ ਉਹੀ ਨਿਯਮ ਸਾਰੀ ਗੁਰਬਾਣੀ ਚ ਲਾਗੂ ਹੈ, ਜਿੱਥੇ ਜਿੱਥੇ ਪ੍ਰੋਪਰ ਨਾਉਨ ਹੈ ਜਾਂ ਕੋਈ ਅੱਖਰ ਦੋਹੇ ਤਰ੍ਹਾਂ ਲਿਖਿਆ ਵਾ, ਨੰਨੇ ਨਾਲ ਵੀ ਨਾਣੇ ਨਾਲ ਵੀ, ਜਿਵੇਂ ਕੌਣ ਕੌਣ, ਨਾਣਾ ਵੀ ਨੰਨਾ ਵੀ, ਉੱਥੇ ਅਪਵਾਦ ਹੈ। ਸੋ ਹੌਲੀ ਹੌਲੀ ਕਰਕੇ ਧਿਆਨ ਦੇ ਨਾਲ ਇਹਨੂੰ ਬਾਹਰ, ਮਤਲਬ ਬਿਲਕੁਲ ਹੌਲੀ ਕਰਕੇ ਸੁਣੀ ਜਾਊਗੀ, ਵਿਚਾਰ ਤਾਂ ਸਮਝ ਆ ਜਾਊਗੀ। ਕੋਈ ਔਖੀ ਗੱਲ ਕੁਛ ਨਹੀਂ ਹੈ, ਮਾਈਂਡ ਅਪਲਾਈ ਕਰਨ ਦੀ ਉਹ ਗੱਲ ਹੈ। ਨਿਯਮ ਉਹੀ ਹੈ ਵੀ ਜੇ ਨੰਨਾ ਮੁਕਤਾ ਹੈ, ਉਹ ਤੇ ਪਹਿਲਾ ਅੱਖਰ ਹੈ ਜਿਹੜਾ ਇਮੀਡੀਏਟ ਪਹਿਲਾ, ਅਗਰ ਉਹਨੂੰ ਔਂਕੜ ਜਾਂ ਸਿਹਾਰੀ ਲੱਗੀ ਹੈ, ਉਹ ਨੰਨਾ ਨਾਲ ਨਹੀਂ ਬੋਲ ਸਕਦਾ।
ਤੇ ਜੇ ਕੋਈ ਪ੍ਰੋਪਰ ਨਾਉਨ ਹੈ, ਕਾਲ ਯਮਨ, ਕਾਲ ਯਮਨ ਇੱਕ ਦੈਂਤ ਹੈ, ਕਾਲ ਜਮਨ ਵੀ ਲਿਖਿਆ ਵਾ ਗੁਰਬਾਣੀ 'ਚ, ਜੱਜਾ ਮੰਮੇ ਨੂੰ ਔਂਕੜ ਨੰਨਾ, ਉੱਥੇ ਇਹ ਪ੍ਰੋਪਰ ਨਾਉਨ ਕਰਕੇ ਹੈ। ਗੁਰੂ ਅਰਜੁਨ ਜੱਜੇ ਨੂੰ ਔਂਕੜ ਹੈ, ਨੰਨਾ ਮੁਕਤਾ ਹਾਲਾਂਕਿ, ਪਰ ਇੱਥੇ ਫੇਰ ਅਪਵਾਦ ਹੈ ਪ੍ਰੋਪਰ ਨਾਉਨ ਕਰਕੇ। ਇਸੇ ਤਰ੍ਹਾਂ ਗੰਗ ਜਮੁਨ, ਇਹ ਵੀ ਪ੍ਰੋਪਰ ਨਾਉਨ ਹੈ। ਜਾਂ ਜਿਹੜੇ ਅੱਖਰਾਂ ਦੇ ਵਿੱਚ ਨੰਨਾ ਜਾਂ ਨਾਣਾ ਦੋਹੇ ਤਰ੍ਹਾਂ ਵਰਤੇ ਜਾਂਦੇ ਹੋ, ਨਰਾਇਣ ਨਰਾਇਣ, ਪਲਾਇਨ ਪਲਾਇਣ, ਗਾਇਨ ਗਾਇਣ, ਕੌਣ ਕੌਣ, ਉੱਥੇ ਵੀ ਫਿਰ ਅਪਵਾਦ ਹੈ। ਭਾਵੇਂ ਕਿ ਨੰਨਾ ਔਰ ਨਾਣਾ ਜਿਹੜੇ ਅੱਖਰ ਨੇ, ਕੌਣ ਔਰ ਕੌਣ ਦੇ ਵਿੱਚ ਦੋਏ ਮੁਕਤੇ, ਨੰਨਾ ਵੀ ਨਾਣਾ ਵੀ, ਮੂਹਰੇ ਜਿਹੜਾ ਊੜਾ ਆ ਰਿਹਾ ਉਹਨੂੰ ਔਂਕੜ ਲੱਗਿਆ, ਇਹ ਦੋਨੇ ਤਰ੍ਹਾਂ ਆਉਣ ਕਰਕੇ ਅਪਵਾਦ ਹੈ। ਇਹਨੂੰ ਕੌਣ ਕੌਣ ਇੱਕ ਨਹੀਂ ਪੜ੍ਹ ਸਕਦੇ, ਕੌਣ ਕੌਣ ਇੱਕਣੇ, ਨਾਰਾਇਣ ਨਾਰਾਇਣ, ਦੋਨੋਂ ਤਰ੍ਹਾਂ ਆਉਂਦਾ। ਨੰਨੇ ਤੋਂ ਪਹਿਲੇ ਅੱਖਰ ਨੂੰ ਈੜੀ ਨੂੰ ਸਿਆਰੀ ਲੱਗੀ ਹੋਈ ਹੈ, ਇਸ ਕਰਕੇ ਉਹ ਜਿਹੜਾ ਨਿਯਮ ਹੈ ਉਹ ਇੱਥੇ ਲਾਗੂ ਨਹੀਂ ਹੁੰਦਾ ਕਦੇ ਵੀ। ਨਾਰਾਇਣ ਨਾਰਾਇਣ ਇੱਕ ਨਹੀਂ ਪੜ੍ਹ ਸਕਦੇ, ਨਾਰਾਇਣ ਨਾਰਾਇਣ। ਤਾਂ ਚਲੋ, ਜੇ ਕੋਈ ਹੋਰ ਗੱਲ ਹੋਈ ਵਿੱਚੋਂ ਫਿਰ ਪੁੱਛ ਵੀ ਸਕਦੇ ਹਾਂ, ਕੋਈ ਨਵੀਂ ਚੀਜ਼ ਹੋਵੇ ਉਹ ਆਪ ਜੀ ਵਿਆਖਿਆ ਵੀ ਕਰ ਸਕਦੇ ਹਾਂ। ਕੋਈ ਇੱਕ ਬੰਦਾ ਕਿਸੇ ਗੱਲ ਦੀ ਪੂਰੀ ਵਿਆਖਿਆ ਕਰੇ, ਇਹ ਵੀ ਗੱਲ ਕੋਈ ਜੱਜਦੀ ਨਹੀਂ ਹੈ, ਠੀਕ ਨਹੀਂ ਹੁੰਦੀ, ਕਿਉਂਕਿ ਅਗਾਧ ਬੋਧ ਹੈ, ਸਮੁੰਦਰ ਹੈ ਬਾਣੀ। ਇਹਦੇ ਵਿੱਚ ਐਸੀਆਂ ਕਈ ਦਫਾ ਅਪਵਾਦ ਆ ਜਾਂਦੇ ਆ, ਜਿਵੇਂ ਪਿੱਛੇ ਜੇ ਵੀ ਆਇਆ ਸੀਗਾ ਵੀ ਕੋਈ ਕਿਸੇ ਸਿੰਘ ਨੇ ਪਾਈ ਸੀ ਉਹ ਤੋਕ, ਉੱਥੇ ਇੱਕਣ ਦਾ ਹੀ ਅਪਵਾਦ ਲੱਗਦਾ ਸੀਗਾ, ਜਾਂ ਅਪਵਾਦ ਹੈ ਜਾਂ ਲਿਖਤ ਵਿੱਚ ਕਿਤੇ ਅਣਜਾਣਪੁਣੇ 'ਚ ਲਿਖਾਰੀਆਂ ਤੋਂ ਹੋਈ ਗੱਲ ਸੀਗੀ। ਪਿੱਛੇ ਜੇ ਕਾਫੀ ਉਹਦੀ ਵਿਚਾਰ ਹੋਈ, ਸ਼ਾਇਦ ਭਾਈ ਦਲਜੀਤ ਸਿੰਘ ਨੇ ਪਾਈ ਸੀਗੀ। ਤਾਂ ਉਸ ਤਰ੍ਹਾਂ ਦੀ ਗੱਲ ਤਾਂ ਕਿਤੇ ਨਾ ਕਿਤੇ ਹੋ ਸਕਦੀ ਹੈ, ਪਰ ਨਿਯਮ ਤਾਂ ਆਮ ਤੌਰ 'ਤੇ 99% ਸਾਰੀ ਜਗ੍ਹਾ ਚੱਲਦਾ ਔਰ ਸਹੀ ਹੁੰਦਾ। ਐਕਸੈਪਸ਼ਨਾਂ ਆਲਵੇਜ਼ ਆਰ ਦੇਅਰ ਟੂ ਏ ਰੂਲ, ਔਰ ਐਕਸੈਪਸ਼ਨ ਰੂਲ ਨੂੰ ਪ੍ਰੂਵ ਕਰਦੀ ਹੈ, ਨਾ ਕਿ ਅਦਰਵਾਈਜ਼। ਜੇ ਐਕਸੈਪਸ਼ਨ ਹੈ ਦੈਟ ਮੀਨਸ ਵੀ ਰੂਲ ਵੀ ਹੈ, ਰੂਲ ਹੁੰਦਾ ਹੀ ਹੁੰਦਾ, ਐਕਸੈਪਸ਼ਨ ਕਿਤੇ ਨਾ ਕਿਤੇ ਹੁੰਦੀ ਹੈ। ਇਹ ਸਾਇੰਸ ਦੇ ਅਸੂਲਾਂ 'ਚ ਵੀ ਹੈ ਇਸ ਤਰ੍ਹਾਂ, ਕੋਈ ਵੀ ਜਿਹੜਾ ਅਸੂਲ ਹੈ ਉਹ ਐਬਸੋਲੂਟ ਨਹੀਂ ਹੁੰਦਾ, ਉਹਦੇ ਵਿੱਚ ਐਕਸੈਪਸ਼ਨ ਹੁੰਦੀ ਹੈ ਲਾਜ਼ਮੀ। ਤੋ ਸਾਧ ਸੰਗਤ ਜੀਓ, ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੁੱਪ ਮੈਂਬਰ ਸਾਹਿਬਾਨ, ਗੁਰਮੁਖ ਜਨੋ, ਸਾਡੀ ਸਾਧ ਸੰਗਤ ਜੀਓ, ਗਰੁੱਪ ਵਿੱਚ ਵੀ ਤੇ ਬਾਹਰ ਵੀ, ਆਪ ਜੀ ਦੇ ਬਹੁਤ ਬਹੁਤ ਰਿਣੀ ਆ। ਦੇਖੋ, ਕੱਲ ਵੀ ਗੱਲ ਕਰੀ ਸੀਗੀ ਵੀ ਚੁੱਪ ਵੀ ਜਿਹੜੇ ਬੈਠੇ ਹੈ, ਜਿਹੜੀ ਸੰਗਤ ਨਹੀਂ ਵੀ ਵਕਤਾ ਹੈਗੀ ਹੈ, ਉਹਨਾਂ ਤੋਂ ਵੀ ਸਾਨੂੰ ਪ੍ਰਾਪਤੀ ਹੋ ਰਹੀ ਹੈ, ਤੇ ਵਕਤਿਆਂ ਤੋਂ ਤਾਂ ਹੋ ਹੀ ਰਹੀ ਹੈ, ਉਹਦੇ ਤਾਂ ਕੋਈ ਡਾਊਟ ਹੀ ਨਹੀਂ ਹੈ। ਇੱਕ ਦਿਨ ਪਹਿਲਾਂ ਸਵਾਲ ਪਾਇਆ ਸੀ ਸੰਗਤ ਨੂੰ, ਬਈ ਮਾਂਝ ਦੇ ਉੱਪਰ ਮੰਮੇ, ਕੰਨਾਂ ਉੱਪਰ ਬਿੰਦੀ ਔਰ ਮੰਗਰ ਦੇ ਉੱਪਰ ਟਿੱਪੀ ਮੰਮੇ ਦੇ, ਬਈ ਇਹ ਕਿਸੇ ਗੁਰਮੁਖ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਤਾਂ ਸਾਨੂੰ ਪਤਾ ਨਹੀਂ ਇਸ ਗੱਲ ਦਾ। ਫਿਰ ਕਿਸੇ ਨੇ ਪਰਸਨਲ ਤੇ ਭੇਜੀ ਸੀ ਗੱਲ, ਬਈ ਇਹ ਲਹਿੰਦੀ ਪੰਜਾਬੀ ਦੇ ਵਿੱਚ ਬਿੰਦੀ ਔਰ ਟਿੱਪੀ ਦਾ ਪ੍ਰਯੋਗ ਹੈ ਜ਼ਿਆਦਾ। ਹਾਲਾਂਕਿ ਗਿਆਨੀ ਹਰਬੰਸ ਸਿੰਘ ਜੀ ਨਿਰਣੈਕਾਰ ਪਟਿਆਲੇ ਵਾਲੇ, ਉਹਨਾਂ ਨੇ ਨਿਰਣਾ ਕਰਿਆ ਵੀ ਇਹ ਬਿੰਦੀ ਹੈ ਨਹੀਂ, ਕਿਤੇ ਵੀ ਨਹੀਂ ਹੈ, ਲੇਕਿਨ ਇੱਥੇ ਲੱਗੀ ਹੋਈ ਹੈ ਗੁਰਬਾਣੀ 'ਚ, ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਕੋਈ ਕਾਰਨ ਜ਼ਰੂਰ ਹੋਏਗਾ ਇਹਦਾ, ਉਹ ਨਹੀਂ ਸਮਝ ਆ ਰਹੀ। ਜੇ ਲਹਿੰਦੀ ਵਾਲੀ ਗੱਲ ਹੈ ਫਿਰ ਤਾਂ ਇਹ ਠੀਕ ਹੈ, ਗੱਲ ਫਾਈਨਲ ਹੋ ਗਈ। ਪਰ ਜੇ ਕਿਸੇ ਹੋਰ ਗੁਰਮੁਖ ਦੇ ਕੋਲ ਕੋਈ ਵਿਚਾਰ ਹੋਵੇ ਤਾਂ ਜ਼ਰੂਰ ਸਾਂਝੀ ਕਰਨੀ ਚਾਹੀਦੀ। ਮੈਨੂੰ ਪਤਾ ਇੱਕ ਵਾਰੀ ਕਿਸੇ ਮਿਸ਼ਨਰੀ ਨਾਲ ਹੀ ਸ਼ਾਇਦ ਵਾਹ ਪਿਆ ਸੀ, ਪੈਂਦਾ ਰਹਿੰਦਾ ਵੈਸੇ ਤਾਂ, ਜਾਣੀ ਉਹਨੇ ਹਰਬੰਸ ਸਿੰਘ ਜੀ ਦੇ ਉੱਤੇ ਟਿੱਪਣੀ ਕਰੀ ਸੀ ਵੀ ਉਹ ਨਿਰਣੈਕਾਰ ਕਿਉਂ ਲਿਖਦੇ ਆਪਣੇ ਆਪ ਨੂੰ, ਉਹ ਨਿਰਣਾ ਕਰਨ ਵਾਲੇ ਕੌਣ ਹੈ। ਫਿਰ ਦਾਸਰੇ ਨੇ ਉਹਨੂੰ ਇਹ ਕਿਹਾ ਸੀਗਾ ਵੀ ਦੇਖੋ, ਮੈਂ ਉਹਨਾਂ ਦੀ ਲਿਖਤ ਵੀ ਪੜ੍ਹਦਾ ਹੈ, ਬਹੁਤ ਸਾਰੀ ਪੜ੍ਹੀ ਹੋਈ ਹੈ, ਪਿਛਲੇ ਰਹਿ ਗਏ 2-3 ਕੁ ਬਾਕੀ ਪੜ੍ਹੇ ਹੋਏ,
ਪਰ ਉਹਨਾਂ ਦੇ ਜਿਹੜੇ ਅੰਦਰ ਨਿਰਮਾਣਤਾ ਝਲਕ ਰਹੀ ਹੈ ਲਿਖਤ ਤੋਂ, ਉਹ ਤਾਂ ਬਹੁਤ ਬਹੁਤ ਦਸਰਾ ਉਹਦਾ ਕਾਇਲ ਹੈ। ਉਹ ਇਹ ਤਾਂ ਨਹੀਂ ਕਹਿੰਦੇ ਵੀ ਮੈਂ ਹੀ ਜੋ ਕੋ ਕਹਿ ਰਿਹਾ ਉਹ ਫਾਈਨਲ ਹੈ। ਸਾਰੇ ਟੀਕਿਆਂ ਦੇ ਵਿਚਾਰ ਲਿਖ ਕੇ ਉਹ ਫਿਰ ਜੇ ਉਹਨਾਂ ਵਿੱਚੋਂ ਕੋਈ ਸਹੀ ਹੈ ਵਿਆਕਰਨ ਦੇ ਪੱਖ ਤੋਂ ਵੀ ਦੂਜੇ ਪੱਖਾਂ ਤੋਂ ਵੀ ਤਾਂ ਉਹਨੂੰ ਡਿਟੋ ਕਰਦੇ ਹੈ। ਜੇ ਨਹੀਂ ਕੋਈ ਉਹਨਾਂ ਚੋਂ ਠੀਕ ਲੱਗਦਾ ਫਿਰ ਉਹ ਆਪਣਾ ਵਿਚਾਰ ਦੇ ਦਿੰਦੇ। ਜੇ ਫਿਰ ਵੀ ਨਹੀਂ ਕੋਈ ਸਮਝ ਆਉਂਦੀ ਤਾਂ ਕਹਿ ਵੀ ਦਿੰਦੇ ਵੀ ਜੀ ਫਿਰ ਸਮਝ ਨਹੀਂ ਆ ਰਹੀ ਵੀ ਉਹਦੀਆਂ ਉਹੀ ਜਾਣੇ। ਤੋ ਭਾਈ ਹਰਬੰਸ ਸਿੰਘ ਜੀ ਜਾਂ ਗਿਆਨੀ ਹਰਬੰਸ ਸਿੰਘ ਜੀ ਨੂੰ ਐਵੇਂ ਨਹੀਂ ਆਪਾਂ ਦਰਕਨਾਰ ਕਰ ਸਕਦੇ। ਉਹਨਾਂ ਦੇ ਸਾਹਮਣੇ ਸਾਰਾ ਹੀ ਸਿੱਖ ਜਗਤ ਦੇ ਜਿੰਨੇ ਵੀ ਟੀਕੇ ਉਹ ਸਾਰੇ ਹੀ ਪਏ ਨੇ, ਸਾਰਿਆਂ ਦੇ ਵਿੱਚੋਂ ਲਿਖਦੇ ਉਹ ਜੋ ਵੀ ਲਿਖਦੇ। ਇਹ ਬਹੁਤ ਛੋਟੀ ਗੱਲ ਨਹੀਂ ਹੈ, ਬਹੁਤ ਬਹੁਤ ਵੱਡੀ ਗੱਲ ਹੈ। ਪੜ੍ਹੇ ਹੋਏ ਭਾਵੇਂ ਆਪਣੇ ਗੁਰਸਿੱਖਾਂ ਵਿੱਚੋਂ ਬਹੁਤਿਆਂ ਨੇ ਹੋਣਗੇ ਸਾਰੇ ਟੀਕੇ, ਸਾਰੇ ਨਹੀਂ ਤਾਂ ਕਮ ਸੇ ਕਮ ਜੇ 50 ਹੈ ਤਾਂ 40-45 ਜ਼ਰੂਰ ਪੜ੍ਹੇ ਹੋਏ ਹੋਣਗੇ। ਪਰ ਸਾਹਮਣੇ ਰੱਖ ਕੇ ਇਸ ਤਰੀਕੇ ਦੀ ਵਿਆਖਿਆ ਕਰਨੀ ਆਸ਼ਾਸ਼ ਕਰਦਾ ਮਨ ਉਹਨਾਂ ਪ੍ਰਤੀ। ਪਿੱਛੇ ਜੇ ਉਹਨਾਂ ਨੂੰ ਫਿਰ ਸ਼ਾਇਦ ਅਧਰੰਗ ਹੋ ਗਿਆ ਸੀਗਾ, ਹੁਣ ਪਤਾ ਨਹੀਂ ਤਾਜ਼ੀ ਤਰੀਮ ਕਿਆ ਪੋਜੀਸ਼ਨ ਹੈ, ਕਈ ਸਾਲ ਦੀ ਗੱਲ ਹੈ। ਚਿੱਠੀ ਵੀ ਦੱਸ ਰਹੇ ਨੇ ਉਹਨਾਂ ਨੂੰ ਪਾਈ ਸੀ, ਉਦੋਂ ਤਾਂ ਟੈਲੀਫੋਨਾਂ ਦਾ ਵੀ ਪ੍ਰਚਲਨ ਨਹੀਂ ਸੀ ਬਹੁਤਾ। ਉਹਨਾਂ ਦਾ ਜਵਾਬ ਵੀ ਆਇਆ ਸੀ ਕਾਰਡ ਦੇ ਉੱਤੇ ਲਿਖ ਕੇ ਵੀ ਮੈਨੂੰ ਤਾਂ ਹੁਣ ਅਧਰੰਗ ਹੋਇਆ ਹੋਇਆ। ਕੋਈ ਨਦਲਪੁਰ ਵਾਲੇ ਬਾਬਾ ਜੀ ਬਾਰੇ 'ਚ ਉਹਨਾਂ ਨੇ ਬੁੱਕ ਲਿਖੀ ਅਸਲ 'ਚ, ਉਹ ਪਈ ਹੈ ਦੱਸ ਰਹੇ ਕੋ। ਉਹਦੇ 'ਚ ਬਹੁਤ ਸਾਰੀਆਂ ਸੁਣੀਆਂ ਹੋਈਆਂ ਗੱਲਾਂ ਲਿਖੀਆਂ ਉਹਨਾਂ ਨੇ, ਕਿਉਂਕਿ ਉਹ ਇਸ ਏਰੀਏ ਨੂੰ ਬਿਲੋਂਗ ਨਹੀਂ ਸੀ ਕਰਦੇ। ਚੰਡੀਗੜ੍ਹ ਸ਼ਾਇਦ ਸਰਵਿਸ ਕਰਦੇ ਹੁੰਦੇ ਸੀ, ਆਇਆ ਕਰਦੇ ਸੀ ਉਰੇ ਇਹਨਾਂ ਕੋਲ। ਤੋ ਜੋ ਉਹਨਾਂ ਨੇ ਸੰਗਤ ਤੋਂ ਲੋਕਾਂ ਤੋਂ ਸੁਣਿਆ ਉਹ ਵਿੱਚ ਕਾਫੀ ਕੁਛ ਨਰੇਟ ਕਰਿਆ ਹੋਇਆ, ਪਰ ਉਹ ਸਹੀ ਵੀ ਨਹੀਂ ਹੈ। ਜਿਵੇਂ ਸਾਡੇ ਪਿੰਡ ਦੇ ਪ੍ਰਤੀ ਉਹ ਜਿਹੜਾ ਇੱਕ ਬੰਦੇ ਦਾ ਨਾਂ ਆਇਆ, ਉਹਨੂੰ ਨਾਲ ਸਰਪੰਚ ਵੀ ਲਿਖਤਾ ਉਹਨਾਂ ਨੇ, ਸੁਣ ਕੇ ਪਤਾ ਨਹੀਂ ਗਲਤੀ ਨਾਲ ਕਿਵੇਂ ਹੋਇਆ। ਉਹ ਹੈ ਨਹੀਂ ਸੀ, ਉਹ ਸਰਪੰਚ ਹੋਰ ਬੰਦਾ ਸੀਗਾ, ਜਿਹਦੀ ਉਹਨਾਂ ਨੇ ਗੱਲ ਲਿਖੀ ਉਹ ਬੰਦਾ ਹੋਰ ਸੀਗਾ। ਇਸ ਤਰ੍ਹਾਂ ਦੀਆਂ ਕਈ ਉਹਨਾਂ ਨੂੰ ਪੁਆਇੰਟ ਆਊਟ ਵੀ ਕਰੀਆਂ ਸੀ। ਫਿਰ ਉਹਨਾਂ ਨੇ ਚਿੱਠੀ 'ਚ ਲਿਖਿਆ ਸੀਗਾ ਵੀ ਤੁਸੀਂ ਹੋਰ ਵੀ ਮੈਟਰ ਭੇਜੋ, ਜੇ ਕੋਈ ਵਿੱਚ ਗਲਤੀ ਨਾਲ ਹੋਇਆ ਵੀ ਮੈਂ ਦੁਬਾਰਾ ਦਰੁਸਤ ਕਰੂੰਗਾ। ਮੁੜ ਕੇ ਕਦੇ ਬਾਤਚੀਤ ਹੋਈ ਨਹੀਂ ਉਹਨਾਂ ਨਾਲ। ਸੋ ਦਾਸਰੇ ਦੀ ਬੇਨਤੀ ਹੈ ਵੀ ਉਹ ਜ਼ਰੂਰ ਕੋਈ ਐਸੀ ਗੱਲ ਹੋਵੇ ਤਾਂ ਸੰਗਤ ਦੇ ਸਾਹਮਣੇ ਜ਼ਰੂਰ ਲਿਆਇਓ ਬਈ ਉਹ ਬਿੰਦੀ ਮਾਝ ਦੇ ਉੱਪਰ ਕਿਉਂ ਲੱਗੀ ਹੈ ਜਾਂ ਮੰਗਰ ਦੇ ਉੱਪਰ ਟਿੱਪੀ ਕਿਉਂ ਲੱਗੀ ਹੈ। ਜੇ ਲਹਿੰਦੀ ਬੋਲੀ ਕਰਕੇ ਹੈ ਫਿਰ ਤਾਂ ਚਲੋ ਨਿਸ਼ਚਾ ਹੈ ਗੱਲ ਦਾ, ਲੇਕਿਨ ਉਹਨਾਂ ਨੇ ਗਿਆਨੀ ਜੀ ਨੇ ਨਹੀਂ ਇਹ ਗੱਲ ਕਹੀ ਹੈ ਵੀ ਇਹ ਲਹਿੰਦੀ ਚੋਂ ਆਈ। ਉਹ ਤਾਂ ਕਹਿੰਦੇ ਵੀ ਇਹਦਾ ਮਤਲਬ ਨਹੀਂ ਕੋਈ ਬਣਦਾ। ਬਾਕੀ ਬਹੁਤ ਜਗ੍ਹਾ ਉਹਨਾਂ ਨੇ ਹਵਾਲੇ ਦਿੱਤੇ ਹੈ ਵੀ ਉਹ ਮਾਝ ਰਾਗ ਹੈ ਜਿਹੜਾ ਉਹ ਬਿਨਾਂ ਬਿੰਦੀ ਤੋਂ ਆ ਰਿਹਾ। ਕਰਿਓ ਕਿਰਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋ ਜਾਏ। ਗਹਿਲਾ ਰੂ ਨਾ ਜਾਣੀ, ਸਿਰ ਪੀ ਮਿੱਟੀ ਖਾਏ। ਫਰੀਦਾ ਦੋ ਦੀਵੀ ਬਲੰਦਿਆਂ, ਮਲਕ ਬੈਠਾ ਆਏ। ਗੜ ਲੀਤਾ ਘਟ ਲੁੱਟਿਆ, ਦੀਵੜੇ ਗਿਆ ਬੁਝਾਏ। ਕਿਰਪਾ ਕਰੰਤ ਗੋਬਿੰਦ ਗੋਪਾਲੈ, ਸਗਲੰ ਰੋਗ ਖੰਡਣੈ। ਸਾਧ ਸੰਗੈਣ ਗੁਣ ਰਮਤ ਨਾਨਕ, ਸ਼ਰਨ ਪੂਰਨ ਪਰਮੇਸ਼ਵਰੈ। ਸਿਆਮਲੰ ਮਧੁਰ ਮਨੁਖਯੰ, ਹ੍ਰਿਦਯੰ ਭੂਮ ਵੈਰਣੈ। ਨਿਵੰਤ ਹੋਵੰਤ ਮਿਥਿਆ, ਚੇਤਨੰ ਸੰਤ ਸਵਜਨੈ। ਅਚੇਤ ਮੂੜਾ ਨਾ ਜਣੰਤ, ਘਟੰਤ ਸਾਸਾ ਨਿਤ ਪ੍ਰਤੇ। ਛਿਜੰਤ ਮਹਾ ਸੁੰਦਰੀ ਕਾਇਆ, ਕਾਲ ਕੰਨਿਆ ਗ੍ਰਾਸਤੇ। ਰਚੰਤ ਪੁਰਖੈ ਕੁਟੰਬ ਲੀਲਾ, ਅਨਿਤ ਆਸਾ ਵਿਖਿਆ ਵਿਨੋਦ। ਪਰਮੰਤ ਪਰਮੰਤ ਬਹੁ ਜਨਮ ਹਾਰਿਓ, ਸ਼ਰਨ ਨਾਨਕ ਕਰੁਣਾ ਮਯੈ।
छिजंत महासुंदरी काया काल कन्या ग्रास्ते रचंत पुरख कुटुंब लीला अनित आशा भिख्या विनोद परमंत बहुत जन्म हारियो शरण नानक करुणा मया। वाहिगुरु जी का खालसा वाहिगुरु जी की फतेह। सतगुरां दे बख्शी होई साध संगत जीओ, ग्रुप मैंबर सहबान गुरमुख जनों, अज दी जिहड़ी विचार पंचम नानक धन धन श्री गुरु अर्जन देव जी ने बख्शी है, उन्हां तीन श्लोकां दी छोटे श्लोक हैं, उन्हां दी विचार आप जी दे नाल अपनी तुच्छ बुद्धि अनुसार सांझी करी जा रही है। ध्यान दिओ। कृपा करंत गोबिंद गोपाल है। गोबिंद गोपाल कृपा करदा है, करन वाला है। सारियां रोगां नूं सगलंग रोग खंडन, सब रोगां नूं खंडन करन वाला, सर्व रोग का औखद नाम। साध संगेण गुण रमत नानक शरण पूर्ण परमेश्वर है। साधु दी संगत विच ओहदे गुण गाए जाने, असीं गाउने। गुरु नानक साहब फरमाउने पंचम पातशाह शरण पूर्ण परमेश्वर है। ओहदी शरण लई होई है परमात्मा दी, परमेश्वर दी। श्यामलं मधुर मनुख्यं हृदयं भूम वैरण। जे मनुख बहुत सुंदर होवे, मूँह तो भी मिठा होवे, पर उहदे हृदय विच, उहदे हिरदे विच बैर दी भूमि होवे, हृदय उहदी भूमि बैर बनिया होवे, मतलब है वो द्वैश विच और डुअलिटी च फसिया वा होवे। निवंत होवंत मिथ्या, ਉਹਦਾ ਨਿਉਣਾ ਜਿਹੜਾ ਹੈ ਉਹ ਮਿਥਿਆ ਹੁੰਦਾ, ਝੂਠਾ ਹੁੰਦਾ। ਕਿਵੇਂ? ਇਹ ਹੋਰ ਜਗ੍ਹਾ ਵੀ ਗੁਰਬਾਣੀ 'ਚ ਬਾਤ ਆਉਂਦੀ ਹੈ, ਸੀਸ ਨਵਾਇਆ ਕਿਆ ਥੀਐ ਜਾਂ ਹਿਰਦੈ ਕਸੁੱਧੈ ਜਾਹੇ। ਅਪਰਾਧੀ ਦੂਣਾ ਨਿਵੈ ਜਿਉ ਹੰਤਾ, ਜੋ ਹੰਤਾ ਮਿਰਗਾ ਹੈ। ਜਿਵੇਂ ਮਿਰਗਾਂ ਦੇ ਮਗਰ ਪੈ ਕੇ ਸ਼ਿਕਾਰੀ ਨੀਵਾਂ ਹੋ ਕੇ, ਕੋਡਾ ਹੋ ਕੇ ਨਿਸ਼ਾਨੇ ਲਗਾਉਂਦਾ ਹੈ, ਉਸੇ ਤਰ੍ਹਾਂ ਇਹ ਮਿਥਿਆ ਭਾਈ ਜਿਹੜਾ ਇੱਕਣ ਦਾ ਨੀਵਾਂ ਹੋਣਾ, ਇਹਦੀ ਕੋਈ ਵੈਲਿਊ ਨਹੀਂ ਹੈ। ਨੀਵਾਂ ਹੋਣਾ ਬਹੁਤ ਅੱਛੀ ਗੱਲ ਹੈ, ਪਰ ਜੇ ਭੂਮੀ ਹਿਰਦੇ ਵਿੱਚ ਬੈਰ ਹੋਵੇ, ਡੁਅਲਿਟੀ ਹੋਵੇ, ਉਹਦਾ ਜਿਹੜਾ ਨਿਉਣਾ ਹੈ ਉਹ ਮਿਥਿਆ, ਉਹ ਝੂਠ ਹੈ। ਚੇਤਨੰ ਸੰਤ ਸਵਜਨ, ਜਿਹੜੇ ਸੰਤ ਸੱਜਣ ਹੈ ਹਿਰਦੇ ਤੋਂ ਸਵੱਛ ਹੈ, ਉਹਨਾਂ ਦੀ ਰਸਨਾ ਵੀ ਸਵੱਛ ਹੈ, ਉਹਨਾਂ ਨੂੰ ਯਾਦ ਕਰ ਭਾਈ, ਉਹਨਾਂ ਦੇ ਨਾਲ ਜੋੜ। ਅਚੇਤ ਮੂੜਾ ਨਾ ਜਣੰਤ, ਅਚੇਤ ਰੱਬ ਵੱਲੋਂ ਅਚੇਤ ਮੂਰਖ ਇਹ ਗੱਲ ਜਾਣਦਾ ਨਹੀਂ ਹੈ। ਘਟੰਤ ਸਾਸਾ ਨਿਤ ਪ੍ਰਤੇ, ਰੋਜ਼ ਹਰ ਰੋਜ਼ ਸਵਾਸ ਘਟ ਰਹੇ। ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੁ ਨ ਜਾਣੇ ਜੇ ਦਿਨ ਦਿਨ ਅਬਦ ਘਟਤ ਹੈ, ਪੇਖਤ ਹੀ ਜਮਰਾਓ ਹਸੇ। ਮਾਤਾ ਸਮਝਦੀ ਹੈ ਮੇਰਾ ਪੁੱਤਰ ਵੱਡਾ ਹੋ ਰਿਹਾ ਇੱਕ ਇੱਕ ਦਿਨ ਗਿਣ ਕੇ, ਪਰੰਤੂ ਇਹ ਨਹੀਂ ਪਤਾ ਬਈ ਦਿਨ ਜਿਹੜਾ ਇੱਕ ਲੰਘ ਰਿਹਾ ਉਹਦੀ ਉਮਰ ਘਟ ਰਹੀ ਹੈ, ਵੱਧ ਨਹੀਂ ਰਹੀ ਹੈ। ਛਿਜੰਤ ਮਹਾਸੁੰਦਰੀ ਕਾਇਆ, ਇਹ ਜਿਹੜੀ ਮਹਾਸੁੰਦਰ ਕਾਇਆ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਸੁਡੌਲ ਕਾਇਆ, ਮਨਮੋਹਣੀ ਕਾਇਆ, ਇਹ ਛਿਜ ਰਹੀ ਹੈ, ਇਹ ਦਿਨ ਪਰ ਦਿਨ ਘਟ ਰਹੀ ਹੈ। ਕਾਲ ਕੰਨਿਆ ਗ੍ਰਸਤ, ਬੁਢਾਪਾ ਇਹਨੂੰ ਗਰਸ ਰਿਹਾ। ਰਚੰਤ ਪੁਰਖ ਹੈ ਕੁਟੁੰਬ ਲੀਲਾ, ਬੰਦਾ ਪੁਰਖਾਂ ਦੇ ਵਿੱਚ ਕੁਟੁੰਬ ਦੀ ਲੀਲਾ ਦੇ ਵਿੱਚ ਰਚਿਆ ਹੋਇਆ। ਅਨਿਤ ਆਸਾ, ਨਾ ਰਹਿਣ ਵਾਲੀਆਂ ਆਸਾਂ ਦੇ ਨਾਲ ਜੁੜਿਆ ਹੋਇਆ, ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ। ਵਿਖਿਆ ਵਿਨੋਦ ਕਰ ਰਿਹਾ ਹੈ, ਕਲੋਲਾਂ ਚੋਜ ਕਰ ਰਿਹਾ। ਪਰਮੰਤ ਬਹੁਤ ਜਨਮ ਹਾਰਿਓ, ਇਸੇ ਤਰ੍ਹਾਂ ਪਾਉਂਦਿਆਂ ਪਾਉਂਦਿਆਂ ਬਹੁਤ ਜਨਮ ਹਾਰ ਗਿਆ 84 ਵਿੱਚ। ਸ਼ਰਨ ਨਾਨਕ ਕਰਨਾ ਮਇਆ, ਹੇ ਕਰਨਾਮਈ, ਕਰਨਾ ਦੇ ਸਰੋਵਰ, ਕਰਨਾ ਦੇ ਸਮੁੰਦਰ, ਹੇ ਕਰਨਾ ਮਇਆ ਤੇਰੀ ਸ਼ਰਨ ਵਿੱਚ ਬਚਾ ਲੈ, ਬਚਾ ਲੈ, ਬਚਾ ਲੈ। ਬਹੁਤ ਦੇਰ ਹੋ ਗਈ ਭਰਮਦਿਆਂ ਨੂੰ,
ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਪਤਾ ਨਹੀਂ ਕਿਆ ਕਿਆ ਹੁੰਦੇ ਆਏ ਆ, ਕਿੰਨੇ ਜਨਮਾਂ 'ਚ ਭਰਮੇ ਆ। ਹੁਣ ਤੇਰੀ ਸ਼ਰਨ ਹੈ, ਹੁਣ ਰੱਖ ਲੈ। ਕਰਦੇ ਕਿਰਪਾ ਸੰਗਤ ਨਾਲ ਜੋੜ, ਔਰ ਰਸਨਾ ਔਰ ਹਿਰਦੇ ਨੂੰ ਪਵਿੱਤਰ ਕਰ ਦੇ। ਤੇਰੇ ਨਾਮ ਨਹੀਂ ਕਰਨੀ, ਦੇ ਬਖਸ਼ ਦੇ, ਆਪਣਾ ਨਾਮ ਦੇ। ਜੇ ਮੰਗਣਾ ਹੈ ਗੁਰੂ ਸਾਹਿਬ ਤੋਂ, ਪਰਮਾਤਮਾ ਤੋਂ, ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣ। ਜੇ ਮੰਗਣਾ ਹੈ ਭਾਈ ਹਰੀ ਦਾ ਜਸ ਮੰਗੋ, ਜਿਹੜੀ ਮੰਗਣ ਵਾਲੀ ਬਾਤ ਹੈ। ਹਾਲਾਂਕਿ ਮੰਗਦੇ ਅਸੀਂ ਚਾਰ ਪਦਾਰਥ ਹੈ, ਮਿਲ ਤਾਂ ਉਹ ਵੀ ਜਾਂਦੇ ਆ, ਦਿੰਦਾ ਹੀ ਹੈ ਸਭ ਨੂੰ, ਬਿਨਾਂ ਮੰਗੇ ਤੋਂ ਵੀ ਦੇ ਰਿਹਾ। ਚਾਰ ਪਦਾਰਥ ਜੇ ਕੋਈ ਮੰਗੈ, ਸਾਧ ਜਨਾ ਕੀ ਸੇਵਾ ਲੱਗੈ। ਪਰ ਨਾਲ ਇਹ ਵੀ ਫਰਮਾ ਦਿੱਤਾ, ਚਾਰ ਪਦਾਰਥ ਆਖੀਆਂ ਸਤਿਗੁਰ ਦੇ, ਨਾ ਗੁਰਸਿੱਖ ਮੰਗੈ। ਇਹਨਾਂ ਦੀ ਜ਼ਰੂਰਤ ਨਹੀਂ ਭਾਈ, ਇਹ ਤਾਂ ਆਪਣੇ ਆਪ ਹੀ ਦੇ ਰਿਹਾ। ਜੇ ਮੰਗਣਾ ਹੈ ਤਾਂ ਨਾਮ ਮੰਗੋ। ਨਾਮ ਦੀ ਬਰਕਤ ਸਭ ਤੋਂ ਉੱਚੀ ਹੈ। ਨਾਮ ਦੁਰਲੱਭ ਹੈ, ਨਾਮ ਨਾਯਾਬ ਹੈ, ਨਾਮ ਰਹਿਣ ਵਾਲਾ ਹੈ। ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਚਾਰ ਪਦਾਰਥਾਂ ਨੇ ਨਹੀਂ ਰਹਿਣਾ, ਅਸੀਂ ਉਹ ਨਹੀਂ ਰਹਿਣਾ ਉਹਨਾਂ ਨੂੰ ਵਰਤਣ ਖਾਤਰ, ਕਿਸੇ ਟਾਈਮ ਉਹਨਾਂ ਨੇ ਵੀ ਨਹੀਂ ਰਹਿਣਾ। ਨਾਮ ਹਮੇਸ਼ਾ ਤੋਂ ਹੈ, ਹੁਣ ਵੀ, ਔਰ ਰਹੇਗਾ ਵੀ। ਨਾਮ ਜਿਹੜਾ ਇਹ ਕਦੇ ਵੀ ਮਿਟਣ ਵਾਲਾ ਨਹੀਂ ਹੈ। ਨਾ ਪਰਮਾਤਮਾ ਮਿਟਦਾ ਹੈ, ਨਾ ਸਾਧੂ ਮਿਟਦਾ ਹੈ, ਨਾ ਨਾਮ ਮਿਟਦਾ ਹੈ। ਗੁਰੂ ਨੇ ਤਾਂ ਮਿਟਣਾ ਹੀ ਕਿਹਾ ਹੈ। ਗੁਰੂ ਔਰ ਪਰਮਾਤਮਾ ਤਾਂ ਇੱਕੋ ਹੀ ਹੁੰਦੇ ਆ, ਭੇਦ ਹੁੰਦੇ। ਸੋ ਭਾਈ ਗੁਰੂ ਮਹਾਰਾਜ ਸਾਨੂੰ ਬਾਰ ਤਾਕੀਦ ਕਰਦੇ ਆ ਬਈ ਇਹ ਸੁੰਦਰ ਕਾਇਆ ਨੂੰ ਨਾ ਦੇਖ, ਇਹ ਤਾਂ ਰੋਜ਼ ਘਟ ਰਹੀ ਹੈ। ਇਹਦੇ ਉੱਤੇ ਬੁਢਾਪਾ ਆ ਜਾਣਾ, ਬੁਢਾਪੇ ਦੇ ਬਾਅਦ ਕਾਲ ਨੇ ਇਹਦੇ ਪਰ ਉਡਾਰੀ ਮਾਰ ਕੇ ਆ ਕੇ ਇਹਨੂੰ ਖਿੱਚ ਲੈ ਜਾਣਾ ਇੱਥੋਂ। ਜਿੰਦ ਨਮਾਣੀ ਕੱਢੀ ਹੈ, ਹੱਡਾਂ ਕੋ ਕਰਕਾਏ। ਇਹਨੂੰ ਨਾਮ ਦੇ। ਸਰੀਰ ਨੇ ਤਾਂ ਜਾਣਾ ਹੀ ਹੈ, ਪਰ ਜਿਹੜਾ ਸਾਡੇ ਅੰਦਰ ਨਾਮ ਹੋਊਗਾ, ਉਹਦੀ ਬਰਕਤ ਦੇ ਨਾਲ ਅਸੀਂ ਅਮਰ ਹੋਵਾਂਗੇ। ਸਾਡਾ ਜਿਹੜਾ ਦੁਨੀਆਂ ਦੇ ਵਿੱਚ ਭਟਕਣਾ ਹੈ, ਪਰਮਹੰਤ ਬਹੁਤ ਜਨਮ ਹਾਰਿਓ, ਉਹ ਬੰਦ ਹੋ ਜਾਏਗਾ। ਤੋ ਸਾਧ ਸੰਗਤ ਜੀ, ਅੱਜ ਦੀ ਵਿਚਾਰ ਇੰਨੀਓ ਹੈ। ਬਾਕੀ ਕੋਈ ਹੋਰ ਵਿਚਾਰ ਆਊਗੇ ਦਿਨ 'ਚ ਕਰਾਂਗੇ। ਕਿਰਪਾ ਸਾਧ ਸੰਗਤ ਦੀ, ਸੰਗਤ ਜੀ ਦੀ ਆਪ ਪ੍ਰਤੱਖ ਦੇਖ ਰਹੇ। ਸਿੰਘ ਸਾਹਿਬ ਭਾਈ ਮਨਜੀਤ ਸਿੰਘ ਜੀ ਨੇ ਇੱਕ ਸਵਾਲ ਪੁੱਛਿਆ ਸੀ, ਉਹਦਾ ਜਵਾਬ ਐਸਾ ਮਿਲਿਆ ਸੰਗਤ ਚੋਂ। ਗਿਆਨੀ ਗੁਰਵਿੰਦਰ ਸਿੰਘ ਜੀ, ਭਾਈ ਡਾਕਟਰ ਜਸਪਾਲ ਵੀਰ ਸਿੰਘ ਜੀ, ਕਮਾਲ ਹੈ। ਇਸੀ ਕਰਕੇ ਸੰਗਤ ਦੀ ਵਡਿਆਈ। ਵਾਹ ਵਾਹ, ਆਹ ਨਿਕਲਦਾ, ਆਸ਼ਾਸ਼ ਨਿਕਲਦਾ ਸੰਗਤ ਤੋਂ। ਪ੍ਰੈਕਟੀਕਲੀ ਦੇਖ ਰਹੇ ਹਾਂ ਆਪਾਂ ਸਾਹਮਣੇ ਸੰਗਤ ਦੀ ਕਿੰਨੀ ਮਹਿਮਾ, ਕਿੰਨੀ ਵਡਿਆਈ ਹੈ। ਇੱਕ ਬੰਦਾ ਕੋਈ ਵਿਅਕਤੀ ਵਿਸ਼ੇਸ਼ ਬੜਾ ਨਹੀਂ ਹੋ ਸਕਦਾ। ਜੇ ਉਹ ਕਰ ਲਵੇ ਤਾਂ ਜੁਦੀ ਗੱਲ ਹੈ, ਪਰ ਸੰਗਤ ਦੇ ਵਿੱਚ ਜਿਹੜਾ ਆ ਗਿਆ, ਉਹ ਸੰਗਤ ਨੂੰ ਬੜਾ ਕਰੂਗਾ, ਸੰਗਤ ਉਹਨੂੰ ਬੜਾ ਕਰ ਲੈਂਦੀ ਹੈ। ਕਿਉਂਕਿ ਉਹਦੇ ਅੰਦਰ ਨਾਮ ਪੈਦਾ ਹੋ ਜਾਂਦਾ ਸੰਗਤ ਦੇ ਨਾਲ। ਬਖਸ਼ਿਸ਼ ਗੁਰੂ ਦੀ ਹੈ, ਕਿਰਪਾ ਪਰਮਾਤਮਾ ਦੀ ਹੈ, ਤੇ ਬਾਸਾ ਸੰਗਤ ਦੇ ਵਿੱਚ ਹੁੰਦਾ ਹੈ। ਜਿਹੜਾ ਵੀ ਕੋਈ ਬੰਦਾ ਸੀ, ਆਪਾਂ ਉਹਨੂੰ ਮਹਾਂਪੁਰਸ਼ ਵੀ ਕਹਿੰਦੇ ਹੋਈਏ, ਸੰਤ ਵੀ ਕਹਿੰਦੇ ਹੋਈਏ, ਉਹ ਸੰਗਤ ਤੋਂ ਬਾਹਰ ਹੈ। ਸੰਗਤ ਨੂੰ ਬੜਾ ਨਹੀਂ ਕਰਦਾ, ਆਪਣੇ ਆਪ ਨੂੰ ਬੜਾ ਕਰਦਾ ਹੈ। ਸੰਗਤ ਹੇਠ ਬੈਠੀ ਹੋਵੇ, ਆਪ ਕੁਰਸੀ ਤੇ ਬਹਿੰਦਾ ਹੋਵੇ ਪਲੰਘ ਤੇ, ਉਹਨੂੰ ਗੁਰੂ ਸਾਹਿਬ ਨੇ ਬਿਲਕੁਲ ਮਾਨਤਾ ਨਹੀਂ ਦਿੱਤੀ। ਸੰਗਤ ਤੋਂ ਬੜਾ ਕਰਨ ਦਾ ਕੋਈ ਮਕਸਦ ਹੀ ਨਹੀਂ ਹੈ ਬੰਦੇ ਦਾ, ਨਾ ਹੋ ਸਕਦਾ। ਖਾਮ ਖਿਆਲੀ ਹੁੰਦੀ ਹੈ, ਹਉਮੈ ਦਾ ਰੂਪ ਹੈ ਬਰੀਕ। ਜਦ ਨਾਲ ਜੁੜ ਜਾਂਦੇ 5-4 ਲੱਖ ਬੰਦਾ, ਬੰਦੇ ਦੇ ਦਿਮਾਗ 'ਚ ਖਰਾਬੀ ਆ ਜਾਂਦੀ ਹੈ ਵੀ ਹੁਣ ਤਾਂ ਮੈਂ ਹੀ ਸਭ ਕੁਛ ਹੈ। ਉਹਨੂੰ ਕਿਰਪਾ ਨਹੀਂ ਸਮਝਦਾ ਰੱਬ ਦੀ, ਆਪਣੇ ਆਪ ਨੂੰ ਬੜਾ ਕਰਨ ਲੱਗ ਪੈਂਦਾ। ਬਸ ਵਿਡੰਬਣਾ ਇਹੀ ਹੈ ਸੰਸਾਰ ਦੀ। ਜੇ ਨਿਮਰਤਾ ਧਾਰੀ ਰੱਖੇ ਬੰਦਾ, ਆਪਣੀ ਔਕਾਤ ਨੂੰ ਸਮਝ ਕੇ ਰੱਖੇ ਵੀ ਸਮੁੰਦਰ ਦੇ ਪਾਣੀ 'ਚ ਮੈਂ ਇੱਕ ਤੁਪਕਾ ਹੈ, ਸੂਰਜ ਦੀ ਰੋਸ਼ਨੀ ਦੀ ਮੈਂ ਇੱਕ ਕਿਰਨ ਹੈ, ਉਹ ਵੀ ਮੈਨੂੰ ਉਹਨੇ ਬਖਸ਼ੀ ਹੈ।
ਫਿਰ ਪੈਰ ਨਹੀਂ ਛੱਡਦਾ, ਨਹੀਂ ਤਾਂ ਪੈਰ ਛੱਡ ਕੇ ਪਤਾ ਨਹੀਂ ਕਿਆ ਕਿਆ ਹੋ ਜਾਂਦਾ ਹੈ। ਬੰਦਾ ਭੁੱਲ ਜਾਂਦਾ ਸਾਰਾ ਕੁਛ। ਅਜੋਕੇ ਹਾਲਾਤ ਵਿੱਚ ਵੀ ਆਪਾਂ ਦੇਖ ਹੀ ਰਹੇ ਹਾਂ, ਜਦ ਬੰਦੇ ਕੋਲ ਸੱਤਾ ਆ ਜਾਂਦੀ ਹੈ, ਸੱਤਾ ਕਰਪਟ ਕਰ ਦਿੰਦੀ ਹੈ ਬੰਦੇ ਨੂੰ, ਔਰ ਐਬਸੋਲਿਊਟ ਸੱਤਾ ਜਿਹੜੀ ਹੈ ਉਹ ਐਬਸੋਲਿਊਟਲੀ ਕਰਪਟ ਕਰ ਦਿੰਦੀ ਹੈ। ਪਾਵਰ ਕਰਪਟਸ ਏ ਮੈਨ ਐਂਡ ਐਬਸੋਲਿਊਟ ਪਾਵਰ ਕਰਪਟਸ ਐਬਸੋਲਿਊਟਲੀ। ਆਪਾਂ ਰੋਜ਼ ਦੇਖ ਰਹੇ ਹਾਂ ਗਰੀਬ ਨਿਮਾਣੇ ਕਿਸਾਨ ਸੜਕਾਂ ਦੇ ਉੱਤੇ ਰੋਲ ਰਹੇ ਹੈ ਮਾਈਨਸ ਚਲੋ ਨਾ ਸੀ 2 ਜਾਂ 3 ਡਿਗਰੀ ਟੈਂਪਰੇਚਰ ਦੇ ਵਿੱਚ, ਲੇਕਿਨ ਗੌਰਮੈਂਟ ਨੂੰ ਕੋਈ ਫਰਕ ਨਹੀਂ ਪੈ ਰਿਹਾ, ਕਿਉਂਕਿ ਮਨ ਵਿੱਚ ਆਪਣੇ ਆਪੇ ਨੂੰ ਬੜਾ ਕਰਨ ਦਾ ਖਿਆਲ ਹੈ। ਸੋਚ ਨਹੀਂ ਰਹੇ ਵੀ ਅਸੀਂ ਲੋਕਾਂ ਖਾਤਰ ਕਹਿੰਦੇ ਹਾਂ ਵੀ ਬਣਾਇਆ ਕਿਸਾਨਾਂ ਖਾਤਰ, ਜੇ ਕਿਸਾਨ ਚਾਹੁੰਦੇ ਆ ਫਿਰ ਕਿਉਂ ਨਾ ਉਹਨੂੰ ਮਿਟਾ ਦਈਏ ਕਾਨੂੰਨ ਨੂੰ, ਕਿਆ ਮਤਲਬ ਹੈ ਉਹਦਾ? ਭਾਵ ਕੁਛ ਹੋਰ ਹੈ, ਗੱਲ ਕੁਛ ਹੋਰ ਹੈ, ਉੱਪਰੋਂ ਦੇਖਣ ਨੂੰ ਗੱਲ ਹੋਰ ਹੈ। ਗੱਲ ਹੋਰ ਹੈ ਵੀ ਜਿਹੜੇ ਮਾਇਆਪਤੀ ਹੈ, ਕਾਰਪੋਰੇਟ ਸੈਕਟਰ ਹੈ, ਇਹਨਾਂ ਤੋਂ ਪੈਸੇ ਲਏ ਹੋਏ ਹੈ ਇਲੈਕਸ਼ਨਾਂ ਵਿੱਚ ਹਰ ਇੱਕ ਪਾਰਟੀ ਲੈਂਦੀ ਹੈ। ਇਹੀ ਨਹੀਂ ਵੀ ਅੱਜ ਵਾਲੀ ਨਹੀਂ ਲਿਆ, ਨੋ ਪਹਿਲੀਆਂ ਨੇ ਵੀ ਲਏ ਹੋਏ, ਜਗ੍ਹਾ ਵੀ ਦਿੱਤੀਆਂ ਹੋਈਆਂ ਉਹਨਾਂ ਨੂੰ ਸਸਤੇ ਰੇਟ ਤੇ। ਉਹ ਇਲੈਕਸ਼ਨ ਦੇ ਵਿੱਚ ਹਜ਼ਾਰਾਂ ਲੱਖ ਰੁਪਈਆ ਕਰੋੜਾਂ ਰੁਪਈਆ ਲੈਂਦੇ। ਸੁਣਨ ਵਿੱਚ ਤਾਂ ਇਹ ਵੀ ਆਇਆ ਵੀ 10-10 ਹਜ਼ਾਰ ਕਰੋੜ ਰੁਪਈਆ ਲਿਆ ਹੋਇਆ। ਕਿੱਥੇ ਲਾਉਂਦੇ ਫਿਰ ਉਹ? ਇੱਕ MP ਨੂੰ ਜਾਂ MLA ਨੂੰ 80-80 ਲੱਖ ਕਰੋੜ ਸਵਾ ਕਰੋੜ ਰੁਪਈਆ 2-2 ਕਰੋੜ ਵੀ ਦਿੰਦੇ ਵੀ ਇਲੈਕਸ਼ਨ ਜਿੱਤੋ। ਐਨੀ ਹਾਓ ਬਾਈ ਹੁੱਕ ਔਰ ਬਾਈ ਕਰੁੱਕ। ਇਲੈਕਸ਼ਨ ਜਿੱਤੋ, ਪਾਰਟੀ ਬੜੀ ਹੋ ਕੇ ਆਊਗੀ, ਬਹੁਮਤ ਹੋਊਗਾ, ਸਾਡੀ ਸਰਕਾਰ ਬਣੂਗੀ, ਇਹ ਭਾਵਨਾ ਨਾਲ ਚੱਲਦੇ ਹੋ। ਤਾਂ ਉਹ ਮਜਬੂਰ ਹੈ, ਅਸਲ 'ਚ ਉਹ ਪਪਟ ਹੈ, ਉਹ ਕਾਰਪੋਰੇਟ ਦੇ ਹੱਥਾਂ ਵਿੱਚ ਕਠਪੁਤਲੀਆਂ, ਉਹਨਾਂ ਦੇ ਬਸ ਕੋਈ ਨਹੀਂ ਹੈ। ਪਿੱਛੇ ਤੇ ਹੋਰ ਹੈ ਕੋਈ ਚਲਾਉਣ ਵਾਲਾ ਸਰਕਾਰਾਂ ਨੂੰ। ਕਈ ਕਾਰਪੋਰੇਟ ਘਰਾਣੇ ਜਿਹੜੇ ਬਹੁਤ ਅਮੀਰ ਹੋ ਚੁੱਕੇ ਹੈ, ਜਿਨ੍ਹਾਂ ਨੂੰ ਐਂ ਵੀ ਨਹੀਂ ਪਤਾ ਵੀ ਸਾਡੇ ਕੋਲ ਕਿੰਨਾ ਪੈਸਾ ਹੈ। ਤੋ ਬਖਸ਼ ਲਵੇ ਮਹਾਰਾਜ। ਇਹੀ ਚੀਜ਼ ਗੁਰੂ ਮਹਾਰਾਜ ਸਮਝਾਉਂਦੇ ਵੀ ਆਪਣੀ ਔਕਾਤ ਨੂੰ ਨਾ ਭੁੱਲ ਭਾਈ, ਜੇ ਤੈਨੂੰ ਅੱਜ ਉਹਨੇ ਬੜਾ ਕਰ ਦਿੱਤਾ ਹੈ ਪਿਛਲੇ ਤੇਰੇ ਕਰਮਾਂ ਕਰਕੇ, ਹੁਣ ਤੂੰ ਉਹਨੂੰ ਯਾਦ ਰੱਖ, ਭੁੱਲ ਨਾ। ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ। ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਗੁਰ ਪ੍ਰਸਾਦ ਨਾਨਕ ਮਤ ਪਾਈ। ਸਾਧ ਸੰਗਤ ਜੀਓ, ਇਹ ਜਿਹੜਾ ਸ਼ਬਦ ਹੈ, ਇਹਦੀ ਜਿਹੜੀ ਬਣਤਰ ਹੈ, ਜੇ ਆਪਾਂ ਇਹਨੂੰ ਉੱਪਰੋਂ ਦੇਖੀਏ ਪੰਜਾਬੀ ਦੇ ਤੌਰ ਤੇ, ਤਾਂ ਐਂ ਲੱਗਦਾ ਜਿਵੇਂ ਸੰਬੋਧਨ ਕਰਿਆ ਵਾ ਹੋਵੇ ਵੀ ਤੁਸੀਂ ਸੰਤ ਜਨਾਂ ਮਿਲ ਕੇ ਹਰ ਜਸ ਨੂੰ ਗਾਇਓ, ਔਰ ਕੋਟ ਜਨਮਾਂ ਦੇ ਦੁੱਖਾਂ ਨੂੰ ਗਵਾ ਲਿਓ। ਨਹੀਂ, ਐਕਣ ਦੀ ਬਾਤ ਨਹੀਂ ਹੈ, ਵਿਆਕਰਨਕ ਤੌਰ ਪਰ ਇਹ ਜਿਹੜਾ ਗਾਇਓ ਔਰ ਦਿਵਾਇਓ ਸ਼ਬਦ ਹੈ, ਊੜਾ ਖੁੱਲ੍ਹੇ ਨਾਲ ਗੁਰਬਾਣੀ 'ਚ ਆਉਂਦਾ, ਇਹ ਪਾਸਟ ਟੈਂਸ ਵਾਸਤੇ ਆਉਂਦਾ। ਇਹਦਾ ਮਤਲਬ ਇਹ ਹੈ ਵੀ ਸੰਤ ਜਨਾਂ ਨੇ ਮਿਲ ਕੇ ਹਰ ਜਸ ਗਾਇਆ, ਕੋਟ ਜਨਮਾਂ ਦੇ ਦੁੱਖ ਗਵਾਏ, ਜਿਹੜਾ ਕੁਝ ਆਇਆ ਉਹੀ ਫਲ ਪਾਇਆ। ਕਰ ਕਿਰਪਾ ਹਰ ਨਾਮ ਦਿਵਾਇਓ। ਕਿਰਪਾ ਕਰਕੇ ਹਰੀ ਨੇ ਨਾਮ ਦੇ ਦਿੱਤਾ ਹੈ, ਬਖਸ਼ ਦਿੱਤਾ ਹੈ। ਔਰ ਜਿਹੜੀਆਂ ਅਗਲੀਆਂ ਦੋ ਤੁਕਾਂ, ਉਸ ਤੋਂ ਇਹ ਭਲੀ ਭਾਂਤ ਪ੍ਰਗਟ ਹੋ ਜਾਂਦਾ ਵੀ ਇਹ ਪਾਸਟ ਟੈਂਸ ਦੀ ਭੂਤਕਾਲ ਦੀ ਗੱਲ ਹੈ। ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਪਾ ਲਈ ਹੈ, ਪਾਉਣੀ ਨਹੀਂ ਹੈ, ਅਜੇ ਪਾ ਚੁੱਕੇ ਹੈ। 'ਪਾਈ' 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 '
ਇਹਦਾ ਸਬੂਤ ਕਿੱਥੋਂ ਮਿਲਦਾ ਹੈ? ਦੇਖੋ ਸਾਧ ਸੰਗਤ ਜੀਓ, वेद पढ़ियो, सॉरी, पाठ पढ़ियो और वेद विचारियो, निवल भयंगम साधे। पाठ पढ़ियो और वेद विचारियो, निवल भयंगम साधे। पंच जना स्यों संग न छुटक्यो, अधिक अहंग बुद्ध बांधे। पाठ पढ़े, वेद विचारे, सगों होर मैल लग गई मन दी। पंच ਜਿਹੜੇ ਵਿਕਾਰ ਹੈ ਉਹ ਹੋਰ ਪੱਕੇ ਹੋ ਗਏ, ਚੁੰਬੜ ਗਏ, ਸੰਗ ਨਹੀਂ ਛੁੱਟਿਆ ਉਹਨਾਂ ਨੂੰ। ਇਹ ਜਿਹੜਾ ਸੰਬੋਧਨ ਹੀ ਨਹੀਂ ਹੈ ਜਿਵੇਂ ਪੰਜਾਬੀ 'ਚ ਹੈ, ਇਹ ਗੁਰਬਾਣੀ ਦੀ ਲਿਖਤ ਵਿੱਚ ਇਹ ਪਾਸਟ ਟੈਂਸ ਵਿੱਚ ਹੈ, ਭੂਤਕਾਲ 'ਚ। ਅਰਥਾਂ ਵਿੱਚ ਤਾਂ ਕੋਈ ਬਹੁਤਾ ਫਰਕ ਨਹੀਂ ਪੈਂਦਾ, ਜਿਵੇਂ ਮਰਜ਼ੀ ਕਰ ਲਓ, ਗੁਰਬਾਣੀ ਦੀ ਸਮਝ ਆ ਜਾਂਦੀ ਹੈ। ਪਰ ਜਦੋਂ ਆਪਾਂ ਇਹਨੂੰ ਫਿਰ ਜਿਹੜੀ ਇਹਦੀ ਵਿਆਕਰਨਕ ਵੈਲਿਊ ਉਹ ਇਸ ਤਰ੍ਹਾਂ ਹੀ ਹੈ ਵੀ ਇਹ ਭੂਤਕਾਲ ਦੇ ਵਿੱਚ ਗੱਲ ਕਰੀ ਹੋਈ ਹੈ ਗੁਰੂ ਮਹਾਰਾਜ ਨੇ। ਇਹਦਾ ਹੁਣ ਤਾਂ ਕਾਫੀ ਖਿਆਲ ਰੱਖਦੇ ਆ ਸਾਰੇ ਲੋਕ ਜਿਹੜੇ ਅਰਥ ਟੀਕਾ ਵਗੈਰਾ ਕਰਦੇ ਆ। ਪਹਿਲਾਂ ਵਿਆਕਰਨ ਦਾ ਜਦੋਂ ਖਿਆਲ ਨਹੀਂ ਸੀ ਹੁੰਦਾ, ਉਹ ਜਿਵੇਂ ਮਰਜ਼ੀ ਵੀ ਅਰਥ ਚੱਲਦੇ ਸੀਗੇ। ਇੱਕ ਮਨਮੋਹਨ ਸਿੰਘ ਐਡਵੋਕੇਟ ਨੇ ਇੰਗਲਿਸ਼ ਵਿੱਚ ਟੀਕਾ ਕਰਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹਨਾਂ ਨੇ ਇਹ ਟੈਂਸਾਂ ਦਾ ਬਿਲਕੁਲ ਹੀ ਨਹੀਂ ਖਿਆਲ ਕਰਿਆ ਹੋਇਆ। ਅਰਥ ਤੱਕ ਕਿਸੇ ਹੱਦ ਤੱਕ ਠੀਕ ਹੈ, ਉਹਨੇ ਕਿਧਰੇ ਨੂੰ ਕਰ ਲਓ, ਪਰ ਜੇ ਉਸ ਟੈਂਸ ਦੇ ਹਿਸਾਬ ਨਾਲ, ਉਸ ਕਾਲ ਦੇ ਹਿਸਾਬ ਨਾਲ ਕਰੇ ਜਾਵੇ ਤਾਂ ਜ਼ਿਆਦਾ ਬਿਹਤਰ ਹੁੰਦਾ ਹੈ। ਉਹ ਸਾਧ ਸੰਗਤ ਜੀ, ਇਹ ਵੀ ਇੱਕ ਵਿਆਕਰਨ ਦਾ ਭੇਦ ਹੈ। ਕਿਤੇ ਵੀ ਦੇਖਿਓ ਜਿੱਥੇ ਇਸ ਤਰ੍ਹਾਂ ਦੇ ਸ਼ਬਦ ਆਉਣਗੇ, ਆਇਓ, ਜਾਇਓ, ਖਾਇਓ, ਉਹ ਪਾਸਟ ਟੈਂਸ ਦੀ ਗੱਲ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਖੀ ਘੜੀ ਨ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹਾਥ ਦੇ ਰਾਖੈ ਆਪਣੇ ਕੋ, ਸਾਸ ਸਾਸ ਪ੍ਰਤਿਪਾਲੇ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ। ਧਨ ਹਮਾਰਾ ਮੀਤ ਰਹਾਉ, ਮਨ ਬਿਲਾਸ ਪਏ, ਸਾਬ ਕੇ ਅਚਰਜ ਦੇਖ ਵਡਾਈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਸਾਧ ਸੰਗਤ ਜੀਓ, ਇਹ ਜਿਹੜਾ ਸ਼ਬਦ ਹੈ ਭਾਈ ਗੁਰਵਿੰਦਰ ਸਿੰਘ ਜੀ ਆਪ ਨੇ ਪੁੱਛਿਆ ਵੀ ਇਹਦੇ ਨਿਰਣਾ ਕਰਿਓ। ਨਿਰਣਾ ਤਾਂ ਚਲੋ ਪਰਮਾਤਮਾ ਦੇ ਹੱਥ 'ਚ ਹੈ, ਜੋ ਦਾਸਰੇ ਦਾ ਵਿਊ ਹੈ ਉਹ ਆਪ ਜੀ ਨਾਲ ਸਾਂਝਾ ਕਰ ਲੈਣਾ, ਕਿਉਂਕਿ ਇਹਦੇ ਅਰਥ ਕਈ ਤਰ੍ਹਾਂ ਤੋਂ ਕੀਤੇ ਗਏ ਹੈ। ਜੋ ਦਾਸਰਾ ਸਮਝਦਾ ਹੈ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਔਖੀ ਘੜੀ ਦੇਖਣ ਹੀ ਨਹੀਂ ਦਿੰਦਾ, ਉਹ ਆਪਣਾ ਬਿਰਦ ਨੂੰ ਸੰਭਾਲਦਾ ਹੈ, ਪਾਲਦਾ ਹੈ। ਜਿਵੇਂ ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਵਹਿ ਸਰਬ ਸੰਭਾਲੇ। ਜਿੱਥੇ ਤੂੰ ਬੈਠ ਕੇ ਸੰਭਾਲਦਾ ਹੈ ਉਹ ਦਰ ਕਿਹਾ ਜਾ, ਉਹ ਘਰ ਕਿਹੋ ਜਿਹਾ ਸੰਭਾਲਦਾ ਹੈ, ਉੱਥੇ ਅਰਥ ਹੈ। ਉਸੇ ਤਰ੍ਹਾਂ ਇਸ ਤਰ੍ਹਾਂ ਪੂਰੇ ਲੱਗਦੇ। ਉਹ ਔਖੀ ਘੜੀ ਦੇਖਣ ਨਹੀਂ ਦਿੰਦਾ, ਆਪਣਾ ਬਿਰਦ ਸੰਭਾਲਦਾ ਹੈ। ਹਾਥ ਦੇ ਰੱਖ ਹੈ ਆਪਣੇ ਕੋ, ਰੱਖ ਹੈ ਦਲਾਈਆਂ ਹੈ, ਤੋ ਦਲਾਵਾਂ ਦਾ ਮਤਲਬ ਹੈ ਵੀ ਉਹ ਰੱਖਦਾ ਹੈ। ਜੇ ਇਕੱਲੀ ਲਾਮ ਹੁੰਦੀ ਰੱਖੇ, ਫਿਰ ਇਹਨੇ ਪਾਸਟ ਵਿੱਚ ਚਲੇ ਜਾਣਾ ਸੀ ਵੀ ਹੱਥ ਦੇ ਕੇ ਰੱਖਿਆ ਕਰੀ। ਨੋ, ਹਾਥ ਦੇ ਕੇ ਤੂੰ ਰੱਖਦਾ ਹੈ ਆਪਣੇ ਭਗਤਾਂ ਨੂੰ, ਔਰ ਸਾਸ ਸਾਸ ਪ੍ਰਤਪਾਲਦਾ ਉਹਨਾਂ ਨੂੰ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ। ਪਹਿਲਾਂ ਪਰਮੇਸ਼ਰ ਦੇ ਗੁਣ ਬਿਆਨ ਕਰੇ ਗੁਰੂ ਪਾਤਸ਼ਾਹ ਨੇ, ਹੁਣ ਆਪਣੇ ਬਾਰੇ 'ਚ ਗੱਲ ਕਰ ਰਹੇ ਹਾਂ ਵੀ ਮੇਰਾ ਚਿੱਤ ਪ੍ਰਭੂ ਦੇ ਨਾਲ ਲੱਗਿਆ ਹੋਇਆ ਰਹਿਓ, ਲੱਗ ਚੁੱਕਿਆ ਹੈ। ਰਿਹਾ ਮਤਲਬ ਹੈ ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤ, ਜਿਵੇਂ ਇਸ ਤਰ੍ਹਾਂ ਤੋਂ ਤੇ ਜਾਂ ਲੱਗ ਰਿਹਾ ਹੈ। ਇਹ ਰਹਿਓ ਉਸ ਤਰ੍ਹਾਂ ਨਹੀਂ ਹੈ ਵੀ ਸੰਬੋਧਨ ਕਰਿਆ ਵਾ ਹੈ। ਪ੍ਰਭ ਸਿਉ ਮੇਰਾ ਚਿੱਤ ਲੱਗ ਰਿਹਾ ਹੈ, ਆਦ ਅੰਤ ਪ੍ਰਭ ਸਦਾ ਸਹਾਈ। ਧਨ ਹਮਾਰਾ ਮੀਤ, ਉਹ ਹਮਾਰਾ ਮਿੱਤਰ ਧਨ ਹੈ ਜਿਹੜਾ ਸਦਾ ਹੀ ਆਦ ਵਿੱਚ ਅੰਤ ਵਿੱਚ ਸਹਾਈ ਹੁੰਦਾ। ਰਹਾਓ ਮਨ ਬਿਲਾਸ ਪਏ, ਮਨ ਵਿੱਚ ਖੁਸ਼ੀਆਂ ਚੜ੍ਹ ਗਈਆਂ, ਚੌ ਚੜ੍ਹ ਗਏ। ਸਾਬ ਕੇ ਅਚਰਜ ਦੇਖ ਵਡਿਆਈ, ਪਰਮਾਤਮਾ ਦੇ ਸਾਹਿਬ ਦੇ ਅਚਰਜ ਵਡਿਆਈਆਂ ਦੇਖ ਕੇ ਮਨ ਵਿੱਚ
खुशी आ गई, खेड़ा आ गया। हर सिमर सिमर आनंद कर नानक प्रभ पूर्ण पैज रखाई। परमात्मा ਨੂੰ सिमर सिमर के आनंद, हे नानक आनंद कर, प्रभु ने तेरी पूर्ण पैज रख ਦਿੱਤੀ है। पूर्ण पैज रख ਦਿੱਤੀ यानी नाम की बरकत दे ਦਿੱਤੀ है। ਹੁਣ ਤੂੰ ਆਨੰਦ ਲੈ ਇਹਦਾ। ਔਰ ਉਹਦਾ ਇਹ ਸੁਭਾਅ ਹੈ ਵੀ ਉਹ ਔਖੀ ਘੜੀ ਦੇਖਣੀ ਨਹੀਂ ਦਿੰਦਾ ਆਪਣੇ ਭਗਤਾਂ ਨੂੰ। ਆਪਣਾ ਬਿਰਦ ਵੀ ਸੰਭਾਲਦਾ, ਆਪਣਾ ਸੁਭਾਅ ਵੀ ਪਾਲਦਾ ਹੈ, ਸੁਭਾਅ ਦੀ ਲਾਜ ਰੱਖਦਾ ਹੈ, ਹੱਥ ਦੇ ਕੇ ਰੱਖਦਾ ਹੈ ਆਪਣੇ ਭਗਤ ਨੂੰ। ਜਿਵੇਂ ਧਰੂ ਨੂੰ, ਪ੍ਰਹਲਾਦ ਨੂੰ, ਸਭ ਦੀ ਰੱਖਿਆ ਕਰੀ ਹੈ। ਕਬੀਰ ਜੀ ਦੀ ਕਰੀ, ਨਾਮਦੇਵ ਜੀ ਦੀ ਕਰੀ, ਸਧਨਾ ਜੀ ਦੀ ਕਰੀ। ਔਰ ਸਾਸ ਸਾਸ ਉਹਨਾਂ ਦੀ ਪਾਲਣਾ ਕਰਦਾ। ਦਾਸਰੇ ਦੇ ਤਾਂ ਇਸ ਤਰ੍ਹਾਂ ਲੱਗਦਾ। ਬਾਕੀ ਸੰਗਤ ਵਿੱਚ ਬਹੁਤ ਤਰ੍ਹਾਂ ਦੇ ਅਰਥ ਹੈ। ਔਖੀ ਘੜੀ ਨਾ ਦੇਖਣ ਦੇਈ, ਇਸ ਤਰ੍ਹਾਂ ਕਰਕੇ ਵੀ ਆਉਂਦੇ ਸੰਬੋਧਨ ਕਰਨ ਖਾਤਰ। ਲੇਕਿਨ ਵਿਆਕਰਨਕ ਬਣਤਰ ਇਸ ਤਰ੍ਹਾਂ ਨਹੀਂ ਲੱਗਦੀ ਇਹਦੀ। ਤੋ ਬਾਕੀ ਆਪ ਜੀ ਵਿਚਾਰਿਓ, ਦੱਸਿਓ ਜਿਵੇਂ ਵੀ ਹੋਰ ਬਾਕੀ ਸੰਗਤ ਸੋਚਦੀ ਹੈ। ਕੋਈ ਅਪਸ਼ਬਦ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।